ਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਦੋਹਰਾ ਉਠ ਬੋਲਿਓ ਸਿੱਖ ਲੀ ਬਨੀ ਸਿੱਖ ਤੁਨ ਜਾ ਜੋਈ ਮੋਕੋ ਉਚਿਤ ਨਾ ਵਿਆਹੀ ਭਗਨੀ ਸਮ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾ ਸਰਵਣ ਕਰ ਰਹੇ ਸੀ ਜਦੋਂ ਇੱਕ ਕੰਧ ਲਿਪ ਰਹੇ ਸਿੱਖ ਦੇ ਕੋਲੋਂ ਕੁਝ ਛਿੱਟੇ ਸਤਿਗੁਰਾਂ ਦੇ ਵਸਤਰਾਂ 'ਤੇ ਪੈ ਗਏ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ ਵੀ ਇਹ ਸਿੱਖ ਦੇ ਇੱਕ ਚਪੇੜ ਮਾਰੋ, ਅਤੇ ਇਸ ਨੂੰ ਸੁਣ ਕੇ ਕਈ ਸਿੱਖਾਂ ਨੇ ਮਾਰ ਦਿੱਤੀ। ਪਾਤਸ਼ਾਹ ਕਹਿੰਦੇ ਕੀ ਗੱਲ ਵੀ ਕਿਹਾ ਸੀਗਾ? ਉਹ ਕਹਿੰਦੇ ਜੀ ਤੁਹਾਡਾ ਹੁਕਮ ਤਾਂ ਮੰਨਣਾ ਹੀ ਸੀਗਾ। ਕਹਿੰਦੇ ਫਿਰ ਅਗਲਾ ਵੀ ਮੰਨੋ, ਹੁਣ ਇਹ ਵਿਆਹਿਆ ਨਹੀਂ, ਇਹਦਾ ਵਿਆਹ ਕਰੋ, ਕੋਈ ਲੜਕੀ ਦਿਓ, ਫਿਰ ਕੋਈ ਝਾਕੇ ਨਾ ਉੱਧਰ ਨੂੰ। ਪਰ ਪਾਤਸ਼ਾਹ ਕਹਿਣ ਲੱਗੇ ਹੁਣ ਕੀ ਹੋ ਗਿਆ, ਹੁਣ ਕਿਉਂ ਨਹੀਂ ਹੁਕਮ ਮੰਨਦੇ? ਤਾਂ ਉੱਥੇ ਇੱਕ ਗੁਰਸਿੱਖ ਨੇ ਗੁਰੂ ਪਿਆਰਿਓ ਜਿਸ ਦੀ ਲੜਕੀ ਵਿਆਹੁਣ ਯੋਗ ਸੀ ਆਪਣੇ ਲੜਕੀ ਨੂੰ ਲੈ ਕੇ ਆਂਦਾ ਕਿ ਲਓ ਮਹਾਰਾਜ ਮੇਰੀ ਲੜਕੀ ਵਿਆਹੁਣ ਯੋਗ ਹੈ, ਤੁਹਾਡਾ ਵਚਨ ਤਾਂ ਸੱਤ ਹੈ। ਭਾਵੇਂ ਕਿ ਉਸ ਗੁਰਸਿੱਖ ਨੇ ਸ਼ਾਦੀ ਨਹੀਂ ਕਰਾਈ, ਕਹਿਣ ਲੱਗਿਆ ਨਹੀਂ ਮਹਾਰਾਜ ਦਾ ਕਿਹਾ ਤਾਂ ਸੱਤ ਹੈ ਪਰ ਮੈਂ ਸ਼ਾਦੀ ਨਹੀਂ ਕਰਵਾਉਣੀ। ਇਸ ਤਰ੍ਹਾਂ ਗੁਰੂ ਪਿਆਰਿਓ ਪਰ ਉਹ ਲੜਕੀ ਕਹਿਣ ਲੱਗੀ ਮੈਂ ਗੁਰੂ ਪਿਤਾ ਦੇ ਹੁਕਮ ਨਾਲ ਆਈ ਹਾਂ, ਹੁਣ ਮੈਂ ਇੱਥੇ ਹੀ ਸੇਵਾ ਕਰਾਂਗੀ। ਤਾਂ ਉਹ ਲੜਕੀ ਉੱਥੇ ਸੇਵਾ ਕਰਨ ਲੱਗੀ। ਅੱਗੇ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਕੀ ਬਚਨ ਵਿਚਾਰਾਂ ਕੀਤੀਆਂ ਇਹ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਉਠ ਬੋਲਿਓ ਸਿੱਖ ਲੀ ਬਨੀ ਸਿੱਖ ਤੁਨ ਜਾ ਜੋਈ। ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਸਿੱਖ ਜਾ ਕਰਕੇ ਆਪਣੀ ਲੜਕੀ ਨੂੰ ਲੈ ਕੇ ਆਉਂਦਾ ਹੈ
ਨਾ ਵਿਆਹ ਕੀ ਭਗਨੀ ਸਮ ਹੋਈ। ਉਹ ਕਹਿਣ ਲੱਗਿਆ ਵੀ ਮੈਂ ਸ਼ਾਦੀ ਨਹੀਂ ਕਰਵਾਉਣੀ, ਇਹ ਤਾਂ ਮੇਰੀ ਭੈਣ ਦੀ ਨਿਆਈ ਹੈ। ਇਸ ਕਰਕੇ ਉਹਨੇ ਜਵਾਬ ਦੇ ਦਿੱਤਾ, ਕਹਿੰਦੇ ਸੁਨ ਤਬ ਬੋਲੀ ਕਨਕਾ ਗੁਰਬਾਗ ਬਖਾਨਾ। ਇਸ ਤਰ੍ਹਾਂ ਗੁਰੂ ਪਿਆਰਿਓ ਉਹ ਲੜਕੀ ਕਹਿਣ ਲੱਗੀ ਅੱਗੋਂ, ਜਿਸ ਤੇ ਆਨੀ ਪਿਤਾ ਨੇ ਅਰਪਣ ਕੋ ਠਾਨਾ। ਮੇਰੇ ਪਿਤਾ ਨੇ ਗੁਰੂ ਦਾ ਹੁਕਮ ਵਜਾਉਂਦਿਆਂ ਹੋਇਆਂ ਮੈਨੂੰ ਲੈ ਕੇ ਆਂਦਾ ਹੈ, ਮੇਰੀ ਸ਼ਾਦੀ ਕਰਨ ਲਈ ਗੁਰੂ ਪਿਤਾ ਨੂੰ ਅਰਪਣ ਕਰਨ ਲਈ ਜੀ। ਆਪ ਮੈਂ ਰਹੋ ਹਜੂਰ ਹੀ ਇਦੁਤ ਰਹਿ ਜਾਵੋ। ਹੁਣ ਮੈਂ ਇੱਥੇ ਹੀ ਸੇਵਾ ਕਰਾਂਗੀ, ਵਾਪਸ ਘਰ ਵੀ ਨਹੀਂ ਜਾਵਾਂਗੀ। ਸੇਵੋ ਸ੍ਰੀ ਗੁਰਦੇਵ ਕੋ ਮੈਂ ਸੋ ਫਲ ਰਿਜਾਵੋ। ਔਰ ਮੈਂ ਇੱਥੇ ਹੀ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਾਂਗੇ। ਸਭਾ ਸੁਨਾਵਨ ਕਾਰਨੇ ਗੁਰਬਾਗ ਬਖਾਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸਿੱਖੋ ਕੰਨਿਆ ਜਾਣੇ ਕਨੇਤ ਬੈ ਸੁਨ ਸਿਓ ਅਖੀਆਂ ਨੇ। ਇਸ ਕੰਨਿਆ ਨੇ ਆਪਣਾ ਜੀਵਨ ਸਫਲਾ ਕਰ ਲਿਆ ਹੈ ਗੁਰੂ ਦੀ ਪਿਤਾ ਦੀ ਗੱਲ ਮੰਨ ਕਰਕੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਲੇਪਣੀ ਸਿੱਖ ਦੇ ਨਾਲ ਐਸੀ ਵਾਰਤਾ ਕੀਤੀ ਹੈ। ਤਾਂ ਗੁਰੂ ਪਿਆਰਿਓ ਉਸ ਤੋਂ ਅੱਗੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੂੰ ਉਸ ਬੱਚੀ ਦਾ ਪਿਤਾ ਕਹਿਣ ਲੱਗਿਆ ਜੀ, ਆਪਨ ਪਿਤਾ ਕੀ ਬਾਲਤਾ ਜਨ ਤੈ ਸੋਈ। ਇਸ ਤਰ੍ਹਾਂ ਉਹ ਬੱਚੀ ਆਪਣੇ ਪਿਤਾ ਦਾ ਹੁਕਮ ਮੰਨ ਕੇ, ਗੁਰੂ ਦਾ ਹੁਕਮ ਮੰਨ ਕੇ ਵਾਰਤਾ ਨੂੰ ਜਾਣਦੀ ਹੋਈ। ਜਨਨੀ ਤੇ ਹਰ ਜਨਕ ਤੇ ਸੁਨ ਹਿਰਦੇ ਪਰੋਈ। ਮਾਤਾ ਪਿਤਾ ਅਤੇ ਗੁਰੂ ਦਾ ਹੁਕਮ ਮੰਨ ਕੇ ਆਪਣੇ ਹਿਰਦੇ ਵਿੱਚ ਗੁਰੂ ਦੇ ਬਚਨਾਂ ਨੂੰ ਧਾਰਨ ਕਰਕੇ ਗੁਰੂ ਦੇ ਬਚਨ ਨੂੰ ਮੰਨਣਾ ਕੀਤਾ ਹੈ ਜੀ। ਇਸ ਪ੍ਰਕਾਰ ਗੁਰ ਬਾਲਤਾ ਕਵ ਛੰਦ ਬਣਾਵੇ। ਤਾਂ ਇਸ ਤਰ੍ਹਾਂ ਇਹ ਕਹਾਣੀ ਜਿਹੜੀ ਹੈ ਕਵੀ ਨੇ ਛੰਦਾਂ ਦੇ ਵਿੱਚ ਸਾਨੂੰ ਦੱਸਣੇ ਕੀਤੇ ਹੈ। ਸੁਣਤ ਪੜ੍ਹਤ ਇਸ ਕਥਾ ਕੋ ਗੁਰਮਤਿ ਕੋ ਪਾਵੋ। ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਦੇ ਬਚਨਾਂ ਨੂੰ ਮੰਨਣ ਵਾਲੇ ਜਿਹੜੇ ਹਨ ਉਹ ਗੁਰਮਤਿ ਨੂੰ ਗ੍ਰਹਿਣ ਕਰ ਸਕਦੇ ਹਨ। ਸੁਨੇ ਕਾਮਨਾ ਧਾਰ ਜੋ ਬਾਛਤ ਫਲ ਹੈ। ਇਹ ਗੁਰੂ ਕਾ ਇਤਿਹਾਸ ਜੋ ਕੋਈ ਸੁਣਦਾ ਹੈ ਤੇ ਕਹਿੰਦਾ ਹੈ ਉਹ ਮਨ ਬਾਛਤ ਫਲ ਪ੍ਰਾਪਤ ਕਰਦਾ ਹੈ। ਅਨੇਕ ਜਨਮ ਕੀ ਪਾਪ ਹਤ ਗੁਰਮੁਖ ਪਦ ਪੈ। ਔਰ ਆਪਣੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦਾ ਖਾਤਮਾ ਕਰਕੇ ਗੁਰਮਤਿ ਨੂੰ ਪ੍ਰਾਪਤ ਹੁੰਦਾ ਹੈ ਦੋਹਰਾ। ਇਸ ਪ੍ਰਕਾਰ ਸਤਿਗੁਰੂ ਕੇ ਹੀਰ ਚਰਤ ਵਿਸਮਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੋਖੇ ਕੌਤਕ ਵੇਖ ਕਰਕੇ ਸਾਰੀਆਂ ਸੰਗਤਾਂ ਸਿੱਖ ਬਹੁਤ ਹੈਰਾਨ ਹਨ। ਸਹਿ ਕਸੌਟੀ ਸਿੱਖ ਕੋ ਬੇਮੁਖ ਹੋਇ ਜਾਏ। ਔਰ ਕੋਈ ਬਿਰਲਾ ਹੀ ਗੁਰੂ ਦੀ ਕਸੌਟੀ ਤੇ ਪੂਰਾ ਉਤਰਦਾ ਹੈ ਤੇ ਕਈ ਬਚਨ ਨਾ ਮੰਨਣ ਕਰਕੇ ਬੇਮੁਖ ਵੀ ਹੋ ਜਾਂਦੇ ਹਨ। ਉਗਰ ਤੇਜ ਮੁਖ ਪਰਦੀਪ ਹੈ ਜਿਤ ਉਗਰ ਸੁਭਾਉ। ਸਤਿਗੁਰਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਚਿਹਰੇ ਦੇ ਉੱਪਰ ਹੁਣ ਹਰੇਕ ਤੋਂ ਝੱਲਿਆ ਵੀ ਨਹੀਂ ਜਾਂਦਾਗਾ ਤੇ ਸੁਭਾਅ ਵੀ ਸਤਿਗੁਰਾਂ ਦਾ ਕੁਝ ਐਸਾ ਹੋ ਗਿਆ ਹੈ ਜਿਸ ਨੂੰ ਦੇਖ ਕੇ ਸਤਿਗੁਰਾਂ ਦੇ ਵੱਲ ਦੇਖਣਾ ਮੁਸ਼ਕਲ ਹੋ ਜਾਂਦਾ ਹੈ। ਐਸਾ ਪ੍ਰਤਾਪ ਸਤਿਗੁਰਾਂ ਦਾ, ਐਸਾ ਕੋਈ ਸੁਭਾਅ ਬਣਾ ਲਿਆ ਹੈ ਸਤਿਗੁਰੂ ਦੀਆਂ ਗੁਰੂ ਜਾਣਨ। ਉਗਰ ਬੋਲ ਬੋ ਰਸ ਭਰਿਓ ਸਭ ਗੁਣ ਸੁਣਾਓ। ਔਰ ਸਤਿਗੁਰੂ ਪਾਤਸ਼ਾਹ ਬੜੇ ਜੋਸ਼ ਨਾਲ ਬੋਲਦੇ ਹਨ, ਉੱਚੀ ਬੋਲਦੇ ਹਨ, ਸਭ ਨੂੰ ਸੁਣਾਉਂਦੇ ਹੋਏ। ਆਸੇ ਅਤ ਗੰਭੀਰ ਜਿਨਾ ਪੁਰ ਧੀਰ ਪਰਵੀਰੰ। ਔਰ ਸਤਿਗੁਰਾਂ ਦੇ ਬਚਨ ਜਿਹੜੇ ਹਨ ਉਹ ਬੜੇ ਡੂੰਘੇ ਹਨ। ਆਸ਼ੈ ਭਾਵ ਜਿਨ੍ਹਾਂ ਦਾ ਮਕਸਦ ਮਤਲਬ ਬੜਾ ਡੂੰਘਾ ਹੈ ਔਰ ਹਿਰਦੇ ਦੇ ਵਿੱਚ ਉਹਨਾਂ ਦੇ ਧੀਰਜ ਹੈ। ਰਹੇ ਪ੍ਰਕਾਸ਼ਿਓ ਵੀਰ ਰਸ ਜਨ ਧਰਿਓ ਸਰੀਰੰ। ਔਰ ਹੁਣ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀਰ ਰਸ ਦੇ ਵਿੱਚ ਰਹਿਣ ਲੱਗੇ, ਵੀਰ ਰਸ ਦੇ ਵਿੱਚ ਵਿਚਰਨ ਲੱਗੇ ਜੀ। ਕਬ ਮੌਨ ਹੀ ਕਰ ਰਹੇ ਕਬ ਕਹੇ ਉਤਾਲੇ। ਕਦੇ ਕਦੇ ਤਾਂ ਕਿਤਨਾ ਹੀ ਚਿਰ ਕਿਸੇ ਦੇ ਨਾਲ ਬੋਲਦੇ ਨਹੀਂ, ਚੁੱਪ ਰਹਿੰਦੇ ਹਨ ਤੇ ਕਦੇ ਕਦੇ ਫਿਰ ਬਹੁਤ ਉਤਾਵਲੇ ਹੋ ਕੇ ਬੋਲਦੇ ਹਨ। ਵਾਕ ਜਤਾਨਿਕ ਸੇ ਬਦਨਾ ਤਿਮ ਹੋਏ ਤਤਕਾਲੇ। ਔਰ ਸਤਿਗੁਰਾਂ ਦੇ ਮੁਖ ਚੋਂ ਨਿਕਲਿਆ ਹੋਇਆ ਵਚਨ ਤੁਰੰਤ
ਪੂਰਾ ਹੋ ਜਾਂਦਾ ਹੈ। ਰਸਤ ਰਹੇ ਸੇਵਕ ਨਿਕਟ ਜੇ ਕਾਰਜ ਲਾਵੈ। ਔਰ ਜਿਹੜੇ ਸਿੱਖ ਸੇਵਕ ਗੁਰੂ ਘਰ ਦੇ ਵਿੱਚ ਰਹਿੰਦੇ ਹਨ, ਕੰਮ ਕਰਦੇ ਹਨ, ਸੇਵਾ ਕਰਦੇ ਹਨ, ਉਹ ਸਾਰੇ ਗੁਰੂ ਦੇ ਸੁਭਾਅ ਨੂੰ ਦੇਖ ਕੇ ਡਰ ਕੇ ਰਹਿੰਦੇ ਹਨ। ਅੰਤਰ ਜਾਮੀ ਸਤਿਗੁਰੂ ਮਨ ਕੀ ਲਖ ਪਾਵੈ। ਜਾਨੀ ਜਾਣ ਸਤਿਗੁਰੂ ਅੰਤਰਜਾਮੀ ਸਭ ਦੇ ਹਿਰਦੇ ਦੀਆਂ ਜਾਣਦੇ ਹਨ। ਸੁਤ ਸੁਭਾਉ ਕੋ ਦੇਖ ਕਰ ਸ੍ਰੀ ਗੁਜਰੀ ਮਾਤਾ। ਔਰ ਮਾਤਾ ਗੁਜਰੀ ਜੀ ਵੀ ਆਪਣੇ ਪੁੱਤਰ ਦੇ ਐਸੇ ਸੁਭਾਅ ਨੂੰ ਦੇਖ ਕਰਕੇ ਕਹਿ ਨਾ ਸਕੀ ਚਾਤ ਰਹਿ ਕਿਆ ਗਤ ਹੈ ਦਾਤਾ। ਕੁਛ ਕਹਿ ਨਹੀਂ ਸਕਦੀ ਮਾਤਾ ਗੁਜਰੀ ਜੀ ਵੀ। ਆਪਣੇ ਪੁੱਤਰ ਦਾ ਐਸਾ ਸੁਭਾਅ ਦੇਖ ਕੇ, ਮਨ ਦੀ ਐਸੀ ਗਤੀ ਦੇਖ ਕੇ ਮਾਤਾ ਜੀ ਵੀ ਚੁੱਪ ਰਹਿੰਦੇ ਹਨ। ਕੀਤੀ ਬਾਰ ਗਮਨ ਨਿਕਟ ਬੈਠੇ ਅਵਲੋਕੈ। ਕਈ ਵਾਰੀ ਕੋਲ ਆ ਜਾਂਦੇ ਆ ਪੁੱਤਰ ਦੇ, ਵੇਖ ਕਰਕੇ ਚੁੱਪ ਰਹਿੰਦੇ ਹਨ। ਰੁਕ ਪਰਖੇ ਨ ਆਪਨ ਦਿਸ਼ ਕਹਿ ਬੋ ਮੁਖ ਰੋਕੈ। ਸਤਿਗੁਰਾਂ ਦਾ ਰੁਖ ਦੇਖ ਕੇ, ਸੁਭਾਅ ਦੇਖ ਕੇ ਕੁਝ ਕਹਿੰਦੇ ਨਹੀਂ। ਮਾਤਾ ਦਿਸ਼ਟੇ ਮੌਨ ਕਰ ਬੈਠੇ ਸਭ ਜਾਣੈ। ਔਰ ਸਾਰੇ ਦੇਖਦੇ ਹਨ, ਮਾਤਾ ਜੀ ਵਾਲੇ ਪਾਸਿਓਂ ਬੜੀ ਚੁੱਪ ਧਾਰਨ ਕੀਤੀ ਹੋਈ ਹੈ। ਹੋਏ ਭਵਿੱਖਤ ਮੈਂ ਜਥਾ ਕਹਿ ਬੋ ਨ ਮਾਨੈ। ਔਰ ਜਿਵੇਂ ਭਵਿੱਖ ਆਉਣ ਵਾਲੇ ਸਮੇਂ 'ਚ ਹੋਣਾ ਹੈ, ਉਹ ਹੋਣਾ ਹੈ ਤੇ ਜੋ ਸਤਿਗੁਰੂ ਪਾਤਸ਼ਾਹ ਜਾਣਦੇ ਹਨ। ਇਸ ਬਿਦ ਬੀਤੇ ਕਿਤ ਕਦੇ ਨਾ ਬਿਸਮਤ ਮਾਈ। ਕਈ ਦਿਨ ਮਾਤਾ ਗੁਜਰੀ ਜੀ ਆਉਂਦੇ ਆ ਪੁੱਤਰ ਕੋਲ, ਗੁਰੂ ਗੋਬਿੰਦ ਸਿੰਘ ਜੀ ਦੇ ਕੋਲ, ਪਰ ਚੁੱਪ ਰਹਿੰਦੇ ਹਨ, ਕੁਝ ਕਹਿੰਦੇ ਨਹੀਂ। ਇੱਕ ਦਿਨ ਦੀ ਗੱਲ ਹੈ, ਇਤ ਬੋਲਨ ਦਿਨ ਬੁੱਧ ਕਰ ਨੰਦਨ ਟਿਕ ਆਈ। ਇੱਕ ਦਿਨ ਮਨ ਵੀ ਸਲਾਹ ਕਰਕੇ ਆਈ ਹੈ ਵੀ ਅੱਜ ਤਾਂ ਮੈਂ ਜ਼ਰੂਰ ਗੱਲ ਕਰਾਂਗੀ। ਬੈਠੇ ਹੁੰਦੇ ਕੰਧ ਤਬ ਨੈ ਸਿੱਖਨ ਪੀਰਾ। ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕਾਂਤ ਵਿੱਚ ਇਕੱਲੇ ਹੀ ਬੈਠੇ ਸਨ। ਬਹੁਤੀ ਸਿੱਖਾਂ ਦੀ ਭੀੜ ਵੀ ਨਹੀਂ ਸੀ। ਅਬਨੰਦਨ ਸੁਤ ਕੋ ਕਰਤ ਬੋਲੀ ਚਿਰ ਤੀਰਾ। ਔਰ ਆ ਕਰਕੇ ਆਪਣੇ ਪੁੱਤਰ ਨੂੰ ਪਿਆਰ ਕੀਤਾ ਹੈ। ਕੋਲ ਬੈਠ ਕੇ ਕਹਿਣ ਲੱਗੇ ਜੀ, ਏ ਸੁਤ ਨਿਤ ਬ੍ਰਤ ਹੋਤ ਹੈ ਮੇਰੋ ਮਨ ਥੋਰਾ। ਮਾਤਾ ਜੀ ਪੁੱਛਦੇ ਆ, ਪੁੱਤਰ ਰੋਜ਼ ਮੇਰਾ ਮਨ ਜਿਹੜਾ ਹੈ ਥੋੜਾ ਹੁੰਦਾ, ਭਾਵ ਵਿਆਕੁਲ ਰਹਿੰਦਾ ਹੈ। ਸੁਖ ਨ ਬਲੋਕਿਓ ਮੈਂ ਕਬੂ ਕਰ ਮੋਹ ਸੋ ਤੋਰਾ। ਔਰ ਮੈਂ ਕਦੇ ਸੁੱਖ ਨਾਲ ਸੁੱਖ ਨਹੀਂ ਦੇਖਿਆ। ਪ੍ਰਥਮ ਤੁਮਾਰੇ ਪਿਤਾ ਕੋ ਹੋਸ ਪਰਲੋਕਾ। ਕਿਉਂਕਿ ਜ਼ਿੰਦਗੀ ਦੇ ਵਿੱਚ ਮਾਤਾ ਗੁਜਰੀ ਜੀ ਕਹਿੰਦੇ ਮੈਂ ਬੜੇ ਦੁੱਖ ਦੇਖੇ ਹਨ। ਪਹਿਲਾ ਪਤੀ ਹਰਗੋਬਿੰਦ ਸਾਹਿਬ ਜੀ, ਆਪਣਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇਰਾ ਪਿਤਾ ਜਿਹੜਾ ਹੈ ਛੋਟਾ ਸੀ, ਇਹ ਬਹੁਤੀਆਂ ਗੱਲਾਂ ਕਿਸੇ ਨਾਲ ਨਹੀਂ ਸੀ ਕਰਦਾ। ਜਦ ਵੱਡਾ ਹੋਇਆ ਤੇਰਾ ਪਿਤਾ ਤੇਗ ਬਹਾਦਰ, ਤਾਂ ਫਿਰ ਇਹ ਪਰਲੋਕ ਸੁਧਾਰ ਗਏ, ਜਲਦੀ ਚਲੇ ਗਏ ਜੀ। ਸਿਮਰਤ ਮ੍ਰਿਤਲ ਸ਼ੀਲ ਕੋ ਉਪਯਤ ਮੁਝ ਸ਼ੋਕਾ। ਔਰ ਜਦੋਂ ਮੈਂ ਉਹਨਾਂ ਨੂੰ ਯਾਦ ਕਰਦੀ ਹਾਂ, ਉਹਨਾਂ ਦੇ ਮਿਰਦਲ ਸੁਭਾਅ ਨੂੰ, ਨਿਮਰਤਾ ਵਾਲੇ ਸੁਭਾਅ ਨੂੰ ਜਦ ਮੈਂ ਯਾਦ ਕਰਦੀ ਹਾਂ, ਤਾਂ ਮੇਰੇ ਮਨ ਵਿੱਚ ਦੁੱਖ ਗਮ ਪੈਦਾ ਹੁੰਦਾ ਹੈ। ਧਰਨੀ ਸਮ ਧੀਰਜ ਧਰਨ ਸਮਰਤ ਸਭ ਭਾਂਤੀ। ਜਿਨ੍ਹਾਂ ਨੂੰ ਉਹਨਾਂ ਦੇ ਪਿਤਾ ਹਰਗੋਬਿੰਦ ਸਾਹਿਬ ਜੀ ਨੇ, ਤੁਹਾਡੇ ਦਾਦਾ ਜੀ ਨੇ ਬੜੀਆਂ ਬਖਸ਼ਾ ਕੀਤੀਆਂ ਸਨ, ਜਿਨ੍ਹਾਂ ਨੂੰ ਇਹ ਬਚਨ ਕੀਤੇ ਸਨ ਕਿ ਤੇਗ ਬਹਾਦਰ ਹਿੰਦ ਦੀ ਚਾਦਰ ਬਣੇਗਾ। ਇਹ ਤੇਗ ਬਹਾਦਰ ਜਿਹੜੇ ਹਨ, ਇਹ ਧਰਤੀ ਦੀ ਤਰ੍ਹਾਂ ਧੀਰਜ ਰੱਖਣ ਵਾਲੇ ਹਨ। ਇਹ ਬਖਸ਼ਾਂ ਤੇਰੇ ਦਾਦਾ ਜੀ ਨੇ ਜਿਹੜੀਆਂ ਕੀਤੀਆਂ ਸਨ। ਅਜ਼ਮਤ ਦਈਨਾ ਸਿਰ ਦਿਓ ਚਿਤਵੋ ਦਿਨ ਰਾਤੀ। ਵਾਕਿਆ ਹੀ ਇੰਨਾ ਧੀਰਜ ਰੱਖਿਆ, ਧਰਤੀ ਤੋਂ ਵੀ ਜ਼ਿਆਦਾ। ਜ਼ੋਰ ਲਾ ਲਿਆ ਉਹ ਰੰਗ ਜੇਵਨੇ, ਮੈਨੂੰ ਕੋਈ ਕਰਾਮਾਤ ਵਿਖਾਓ, ਮੈਂ ਤੁਹਾਨੂੰ ਛੱਡ ਦਿਆਂਗਾ। ਪਰ ਕਰਾਮਾਤ ਨਹੀਂ ਵਿਖਾਈ, ਸਰੀਰ ਤਿਆਗ ਦਿੱਤਾ ਜੀ। ਪਹੁੰਚੀ ਆਜ ਇਕਾਂਤ ਲਖ ਸੰਸੇ ਚਿਤ ਹੋਤੇ। ਅੱਜ ਮੈਂ ਤੈਨੂੰ ਇਕਾਂਤ ਵਿੱਚ ਇਕੱਲਾ ਵੇਖ ਕੇ ਤੇਰੇ ਕੋਲ ਆਈ ਆ, ਕੁਝ ਬਚਨ ਕਰਨ ਲਈ। ਗੁਰਿਆਨ ਕੇ ਬੜ ਗੁਰੂ ਹੋ ਜਨਮੇ ਤੁਮ ਮੋਤੇ। ਤੁਸੀਂ ਗੁਰੂਆਂ ਦੇ ਗੁਰੂ ਹੋ, ਗੁਰੂਆਂ ਦੀ ਕੁੱਲ ਵਿੱਚੋਂ ਹੋ,
ਮੇਰੇ ਪੁੱਤਰ ਹੋ ਮੈਥੋਂ ਜਨਮ ਲਿਆ ਹੈ। ਸਰਬ ਰੀਤ ਸਮਰਥ ਮਹਾ ਜਿਤ ਚਾਹੋ ਬਣਾਵੋ। ਪੁੱਤਰ ਤੂੰ ਤਾਂ ਸਰਬ ਕਲਾ ਸਮਰੱਥ ਹੈ, ਸ਼ਕਤੀਆਂ ਦਾ ਮਾਲਕ ਹੈ, ਜੋ ਚਾਹੇ ਸੋ ਕਰ ਸਕਦਾ ਹੈ। ਅਚਰ ਚਰਹਿ ਚਰ ਅਚਰ ਹੋਏ ਲਗ ਮੁਖੋ ਅਲਾਵੋ। ਤੂੰ ਚਾਹੇ ਤਾਂ ਚੱਲਣ ਵਾਲਿਆਂ ਨੂੰ ਰੋਕ ਸਕਦਾ ਹੈ, ਰੁਕਿਆ ਹੋਇਆਂ ਨੂੰ ਚਲਾ ਸਕਦਾ ਹੈ। ਇਹ ਪਾਵਰ ਤੇਰੇ ਕੋਲ ਹੈ ਪੁੱਤਰ। ਮਾਤਾ ਜੀ ਕਹਿਣ ਲੱਗੇ ਕਿਆ ਜਾਨੋ ਕਿਮ ਹੋਏਗੀ ਗਤ ਮੋਹਿ ਅਗਾਰੀ। ਔਰ ਆਉਣ ਵਾਲੇ ਸਮੇਂ ਦੇ ਬਾਰੇ ਨਹੀਂ ਮੈਨੂੰ ਪਤਾ ਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ। ਚਿਤ ਵਨ ਚਿਤਵਤ ਰਹੋ ਚਿੰਤਾ ਚਿਤ ਭਾਰੀ। ਆਉਣ ਵਾਲੇ ਸਮੇਂ ਬਾਰੇ ਸੋਚ ਕੇ ਮੈਂ ਚਿੰਤਾ ਵਿੱਚ ਰਹਿੰਦੀ ਹਾਂ। ਮੇਰੋ ਮੋਹ ਨਾ ਛੁਟਤ ਹੈ ਤੁਮ ਬੋਲੋ ਨਾਹੀ। ਔਰ ਮੇਰਾ ਪੁੱਤਰ ਤੇਰੇ ਨਾਲ ਮੋਹ ਹੈ। ਭਾਵੇਂ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਨ ਦਸਮ ਗ੍ਰੰਥ ਵਿੱਚ ਉਚਾਰਨ ਕੀਤੇ ਹਨ। ਤਾਤ ਮਾਤ ਮੁਰ ਲਾਖੇ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ। ਸਾਧਨਾ ਕਰਨ ਵਾਲੇ ਮਾਤਾ ਗੁਜਰੀ ਜੀ ਸਰਬ ਕਲਾ ਸਮਰੱਥ ਹਨ, ਪਰ ਫਿਰ ਵੀ ਆਪਣੇ ਪੁੱਤਰ ਦੇ ਨਾਲ ਇਸ ਵਿਸ਼ੇ ਤੇ ਇਦਾਂ ਵਿਚਾਰ ਕਰਦੇ ਹਨ ਕਿ ਪੁੱਤਰ ਮੇਰੇ ਮਨ ਵਿੱਚੋਂ ਜਿਹੜਾ ਮੋਹ ਖਤਮ ਨਹੀਂ ਹੁੰਦਾ। ਅਸੇ ਸ਼ਰੀਕ ਕੋ ਤਰਕ ਕਰ ਬੋਲਤ ਬੋਰਾਹੀ। ਔਰ ਦੁਨੀਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ। ਕਰੀ ਆਰਾਧਨ ਚੰਡਕਾ ਕਲ ਯੁਗ ਮੇ ਸਾਧੀ। ਔਰ ਦੁਨੀਆ ਗੱਲਾਂ ਕਰਦੀ ਹੈ, ਕਹਿੰਦੇ ਤੇਗ ਬਹਾਦਰ ਦੇ ਪੁੱਤਰ ਗੋਬਿੰਦ ਰਾਏ ਨੇ ਕਲਯੁਗ ਦੇ ਵਿੱਚ ਜੋ ਦੇਵੀ ਦੀ ਆਰਾਧਨਾ ਕੀਤੀ ਹੈ। ਇਸੇ ਹੇਤ ਇੱਕ ਵਾਰ ਹੀ ਪਈ ਸੁਨ ਸਮਾਧੀ। ਔਰ ਹੁਣ ਕਿਸੇ ਦੇ ਨਾਲ ਬੋਲਦੇ ਨਹੀਂ, ਕਿਸੇ ਨਾਲ ਗੱਲ ਨਹੀਂ ਕਰਦੇ, ਚੁੱਪ ਰਹਿੰਦੇ ਹਨ। ਇੱਜ਼ਤ ਕਹਤੇ ਪਰਸ ਪਰ ਜੋ ਕਾਮ ਆਰੰਭਾ। ਉਹ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਪੁੱਤ। ਕੋਈ ਕਹਿੰਦੇ ਜਿਹੜਾ ਕੰਮ ਗੋਬਿੰਦ ਰਾਏ ਨੇ ਆਰੰਭ ਕੀਤਾ ਹੈ ਸੋ ਪੂਰਾ ਹੋਏ ਸਨਹੀ ਬਹੁ ਪਿਓ ਅਚੰਬਾ। ਔਰ ਉਹ ਕਿਵੇਂ ਪੂਰਾ ਕਰੇਗਾ ਜਿਹੜਾ ਇਹਨੇ ਸ਼ੁਰੂ ਕਰ ਲਿਆ ਖਾਲਸਾ ਪੰਥ ਸਾਜਣਾ, ਮੁਗਲਾਂ ਦਾ ਖਾਤਮਾ ਕਰਨਾ। ਪੁੱਤਰੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਮੈਂ ਸੁਣਦੀ ਹਾਂ ਜਦੋਂ। ਇੱਜ਼ਤ ਕਹਤੇ ਅਪਰਪਿਤ ਸਾਧਕ ਤਿਜ ਜੋ। ਔਰ ਕੋਈ ਕਿਸੇ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਕੋਈ ਕਿਵੇਂ ਗੱਲਾਂ ਕਰਦਾ ਹੈ। ਕਈ ਕਾਰਤੀ ਤਰਾਸ ਤਰ ਖਿਸ ਕਿਉ ਤਦ ਸੋ। ਔਰ ਕਈ ਇਹ ਗੱਲਾਂ ਕਰਦੇ ਆ ਕਲਯੁਗ ਦਾ ਸਮਾਂ ਹੈ ਤੇ ਕਲਯੁਗ ਧਾਰਨ ਕਰਕੇ ਜਿਹੜਾ ਹੈ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਹੈ। ਤੇ ਜਿਹੜਾ ਬਾਹਮਣ ਕੇਸ਼ੋ ਦਾਸ ਨਾਲ ਲੱਗਿਆ ਸੀ ਉਹ ਵੀ ਚਲਿਆ ਗਿਆ। ਇਤ ਯਾਦਿਕ ਮਨ ਭਾਵਤੀ ਬਹੁ ਬਾਤ ਬਣਾਏ। ਉੱਥੇ ਤਰ੍ਹਾਂ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਐ, ਤੂੰ ਹੁਣ ਬੋਲਦਾ ਕਿਉਂ ਨਹੀਂ ਸਾਡੇ ਨਾਲ? ਕਿਰਪਾ ਦ੍ਰਿਸ਼ਟ ਕਰ ਆਪ ਅਬ ਮੁਝ ਤੇ ਹੋ ਬਤਾਈ। ਕਿਰਪਾ ਕਰਕੇ ਮੈਨੂੰ ਦੱਸੋ ਕੀ ਗੱਲ ਹੈ। ਮਾਤ ਪਿਤਾ ਗੁਰਦੇਵ ਹੈ ਮਨ ਕੇ ਹੋ ਬਾਤੀ। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦ ਆਪਣੀ ਮਾਤਾ ਜੀ ਦੀ ਪੂਜਨਯੋਗ ਮਾਤਾ ਜੀ ਦੀ ਇਹ ਗੱਲ ਸੁਣੀ ਤੇ ਫਿਰ ਸਾਰਾ ਜਿਹੜਾ ਵਿਚਾਰ ਦੱਸਣੀ ਸ਼ੁਰੂ ਕੀਤੇ ਜੀ। ਜਥਾ ਜੋਗ ਕਹੀਏ ਸਕਲ ਵਰਤੇ ਸੁਖ ਸ਼ਾਂਤੀ। ਔਰ ਪੁੱਤਰ ਮੈਨੂੰ ਦੱਸਣਾ ਕਰ ਆਪਣੇ ਮੁਖ ਚੋਂ ਜਿਵੇਂ ਮੈਨੂੰ ਸ਼ਾਂਤੀ ਆਵੇ ਜੀ। ਸੁਨ ਜਨਨੀ ਕੇ ਬੈਗ ਕੋ ਉਠ ਤੂਸ਼ਨ ਚਾਲੇ। ਮਾਤਾ ਜੀ ਦੇ ਕਹਿਣ ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਕੁਝ ਬੋਲਣ ਲਈ ਤਿਆਰ ਹੋਏ। ਸ੍ਰੀ ਗੁਜਰੀ ਕੋ ਸੰਗ ਲੈ ਹਿਤ ਕਹਿਨ ਸੁਖਾਲੀ। ਮਾਤਾ ਗੁਜਰੀ ਜੀ ਨੂੰ ਨਾਲ ਲੈ ਕਰਕੇ ਇੱਕ ਸਿਲਾ ਸੁੰਦਰ ਹੋਤੀ ਇੱਕ ਸਮਤਲ ਜਾਹੀ। ਔਰ ਇੱਕ ਸਿਲਾ ਹੈ, ਪੱਥਰ ਹੈ ਸਮਤਲ ਬਰਾਬਰ ਪੱਧਰਾ, ਉਹਦੇ ਉੱਪਰ ਜਾ ਕਰਕੇ ਆਸਨਹੀਨ ਅਸੀਨ ਕੇ ਮਾਤੇ ਕਰ ਪਾਹੀ। ਆਪਣੀ ਮਾਤਾ ਜੀ ਨੂੰ ਉਸ ਆਸਨ ਦੇ ਉੱਪਰ ਬਿਠਾਉਣਾ ਕੀਤਾ ਹੈ ਜੀ। ਕਹਿਤ ਪਏ ਜਨਨੀ ਸੁਨੋ ਗਤ ਗੁਪਤ ਬੜੇਰੀ। ਕਹਿਣ ਲੱਗੇ ਮਾਤਾ ਜੀ ਸੁਣੋ ਜਿਹੜੀ ਬੜੀ ਗੁਪਤ ਗੱਲ ਹੈ। ਦੇਵਤਾਨ ਕੀ ਬਾਤ ਜੋ ਕਹਿਨੀ ਨਾ ਭਲੇਰੀ। ਕਹਿਣ ਲੱਗੇ ਇਹ ਪਰਮੇਸ਼ਰ ਦੇ ਗੁੱਝੇ ਭੇਦ ਜਿਹੜੇ ਕਹਿਣੇ ਚੰਗੇ ਨਹੀਂ ਹੁੰਦੇ। ਕਉ ਕਹਿਨ ਬਨਿਓ ਅਬੇ ਹੱਥ ਹੀਰ ਤੁਮਾਰਾ। ਤੁਸੀਂ ਅੱਜ ਪੁੱਛਿਆ ਮੈਨੂੰ, ਇਸ ਕਰਕੇ ਮੈਂ ਦੱਸਣਾ ਕਰਦਾ ਹਾਂ। ਤੇਰੀ ਪਈ ਪਰਤੱਚ ਜਿਮ ਬਰਦੀਨ ਉਦਾਰਾ। ਮਾਤਾ ਜੀ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇਵੀ ਸ਼ਕਤੀ ਰੱਖਣ ਵਾਲਾ ਅਕਾਲ ਪੁਰਖ ਜਿਹੜਾ ਹੈ
ਜਿਸ ਨੇ ਪ੍ਰਤੱਖ ਰੂਪ ਦੇ ਵਿੱਚ ਮੈਨੂੰ ਬਚਨ ਦਿੱਤੇ ਹਨ। ब्राह्मण बर केशव मिल्यो हम पूजन कीना। ਕੇਸ਼ਵ ਦਾਸ ਪੰਡਤ ਨੇ ਬੜਾ ਜ਼ੋਰ ਲਾਇਆ ਸੀ ਕਿ ਮੈਂ ਦੇਵੀ ਪ੍ਰਗਟ ਕਰ ਦੇਵਾਂਗਾ कण तुरत विनाश होए कहिए सो पर बिना। ਔਰ ਉਹ ਤਾਂ ਬੜੀਆਂ ਗੱਲਾਂ ਮਾਰਦਾ ਸੀ, ਕਹਿੰਦਾ ਸੀ ਜ਼ੁਲਮ ਦੇ ਰਾਜ ਨੂੰ, ਮੁਗਲਾਂ ਦੇ ਰਾਜ ਨੂੰ ਆਪਾਂ ਖਤਮ ਕਰ ਦੇਵਾਂਗੇ। नैनी पुत्री सेववे तिन विद बतलाए। ਔਰ ਮਾਤਾ ਜੀ ਅਸੀਂ ਤਾਂ ਅਕਾਲ ਪੁਰਖ ਨੂੰ ਪੂਜਣ ਵਾਲੇ ਹਾਂ, ਪਰ ਕੇਸ਼ਵ ਦਾਸ ਪੰਡਤ ਕਹਿੰਦਾ ਨੈਣਾ ਦੇਵੀ ਦੀ ਆਰਾਧਨਾ ਕਰੋ। फिर कर चौंग दिश सैल के देखत विदसाई। ਔਰ ਅਸੀਂ ਕਿਹਾ ਚੰਗਾ ਕਰਦੇ ਪ੍ਰਗਟ। ਪੰਡਤ ਕੇਸ਼ਵ ਦਾਸ ਨੇ ਸਾਰੇ ਪਹਾੜਾਂ ਤੇ ਘੁੰਮਣਾ ਕੀਤਾ चरु पर हेरी गुफा लग बीच भरे हैं। ਔਰ ਉਤਲੇ ਪਹਾੜ ਤੇ ਜਾ ਕਰਕੇ ਉਸਨੇ ਉਸ ਦੇਵੀ ਨੂੰ ਪ੍ਰਗਟ ਕਰਨ ਲਈ ਬੜਾ ਜ਼ੋਰ ਲਾਇਆ। लगे आराधन धर्म हित तर भार निवारै। ਅਸੀਂ ਧਰਮ ਨੂੰ ਕਾਇਮ ਕਰਨ ਵਾਸਤੇ ਲੱਗੇ ਹੋਏ ਹਾਂ। ਮਕਸਦ ਮੇਰਾ ਠੀਕ ਹੈ ਕਿ ਮੈਂ ਸੰਸਾਰ ਦੇ ਵਿੱਚੋਂ ਜ਼ੁਲਮ ਦਾ ਰਾਜ ਖਤਮ ਕਰਨਾ ਹੈ, ਪਰ ਸੰਸਾਰ ਦੇ ਵਿੱਚ ਇਹਨਾਂ ਬ੍ਰਾਹਮਣਾਂ ਨੇ, ਇਹਨਾਂ ਪੰਡਤਾਂ ਨੇ ਲੋਕਾਂ ਵਿੱਚ ਇਹ ਭਰਮ ਵੀ ਪਾਇਆ ਹੋਇਆ ਸੀਗਾ ਕਿ ਤੁਸੀਂ ਦੇਵੀ ਦੀ ਆਰਾਧਨਾ ਕਰੋ ਜੀ, ਦੇਵੀ ਤੁਹਾਡਾ ਜਿਹੜਾ ਹੈ ਸਾਥ ਦੇਵੇਗੀ। ਔਰ ਬੜਾ ਜ਼ੋਰ ਲੱਗਿਆ ਪੰਡਤ ਕੇਸ਼ਵ ਦਾਸ ਦਾ, ਔਰ ਲੱਖਾਂ ਰੁਪਈਆ ਵੀ ਲੱਗ ਗਿਆ, ਪਰ पांच पहर को प्रथम ही कर हमन विचारै। ਪੰਜ ਪਹਿਰ ਲਗਾਤਾਰ ਪੰਡਤ ਕੇਸ਼ਵ ਦਾਸ ਦੇ ਨਾਲ ਬੈਠਦੇ ਰਹੇ पुन द्वादश ही जाम को कर हमन विशाला। ਔਰ ਫਿਰ 12 ਪਹਿਰ ਵੀ ਬੈਠਦਾ ਰਿਹਾ देवी मूर्त ध्यान तर एक पेतिस काला। ਔਰ ਲਗਾਤਾਰ ਉਸ ਪੰਡਤ ਕੇਸ਼ਵ ਦਾਸ ਨੇ ਬੜਾ ਜ਼ੋਰ ਲਾਇਆ, ਜਿਵੇਂ ਪਿੱਛੇ ਆਪਾਂ ਸਰਵਣ ਕੀਤਾ। ਪਾਤਸ਼ਾਹ ਜੀ ਕਹਿਣ ਲੱਗੇ लगे रैन दिन अंतर पूला देव काम सब अंगन चूला। ਕਹਿਣ ਲੱਗੇ ਜਦੋਂ ਫਿਰ ਇਹ ਪੰਡਤ ਕੇਸ਼ਵ ਦਾਸ ਲਗਾਤਾਰ ਲੱਗਿਆ ਰਿਹਾ, ਦਿਨ ਰਾਤ ਵੀ ਭੁੱਲ ਗਏ ਉਸ ਨੂੰ। ਹੁਣ ਹੁਣ ਮੁਣ ਮੁਣ ਗੁਣ ਗੁਣ ਰੁਣ ਰੁਣ ਕੋੜ ਸੰਕ ਜਾਪ ਕਰ ਧੁਨ ਧੁਨ। ਔਰ ਪੰਡਤ ਕੇਸ਼ਵ ਦਾਸ ਨੇ ਬੜੇ ਮੰਤਰ ਪੜ੍ਹੇ। ईसो दास के रोहित देवी भेट राखिए तिस छिन देवी। ਅਖੀਰ ਪੰਡਤ ਕੇਸ਼ਵ ਦਾਸ ਸਾਨੂੰ ਕਹਿੰਦਾ ਵੀ ਇਹਨੂੰ ਭੇਟਾ ਦੇਣੀ ਪੈਣੀ ਆ, ਬਲੀ ਦੇਣੀ ਪੈਣੀ ਆ। हम बोले तो मोट हमारी विप सार सुत छत्रिन भारी। ਮੈਂ ਕਿਹਾ ਫਿਰ ਮਿੱਤਰਾ ਤੇਰੀ ਬਲੀ ਦੇ ਦਿੰਨੇ ਆ, ਤੂੰ ਸਾਡੀ ਓਟ ਹੈ, ਸਾਡਾ ਆਸਰਾ ਛਤਰੀਆਂ ਦਾ ਬ੍ਰਾਹਮਣ, ਕਿਉਂਕਿ ਬ੍ਰਾਹਮਣਾਂ ਨੇ ਛਤਰੀ ਬਣਾਏ ਆ, ਨਹੀਂ ਤਾਂ ਦੁਨੀਆ ਤਾਂ ਇੱਕੋ ਰੂਪ ਚ ਆਈ ਹੈ। ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਵੋ। ਜਦੋਂ ਕੇਸ਼ਵ ਦਾਸ ਪੰਡਤ ਕਹਿੰਦਾ ਤੁਸੀਂ ਇਹਨਾਂ ਸ਼ੂਦਰਾਂ ਨੂੰ, ਨੀਚਾਂ ਨੂੰ ਬਿਠਾ ਕਰਕੇ ਇਕੱਠੇ ਪਹਿਲੇ ਲੰਗਰ ਛਕਾਤਾ, ਸਾਨੂੰ ਲੰਗਰ ਨਹੀਂ ਛਕਾਇਆ ਪਹਿਲਾਂ। ਪਾਤਸ਼ਾਹ ਕਹਿਣ ਲੱਗੇ ਪਾਂਡਾ ਜੀ ਭੁੱਲ ਗਏ ਅਸੀਂ। ਜਦੋਂ ਪੋਲਾ ਜਾ ਕੇ ਆ ਭੁੱਲ ਗਏ ਤੇ ਪਾਂਡੇ ਜ਼ਿਆਦਾ ਚੜ ਗਿਆ ਗੁੱਸੇ 'ਚ, ਤੁਸੀਂ ਇਹ ਕਰਤਾ ਉਹ ਕਰਤਾ, ਸਾਰੇ ਰੀਤੀ ਰਿਵਾਜ ਖਤਮ ਕਰਤੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਚੰਗਾ ਫਿਰ ਅੱਜ ਤੋਂ ਬਾਅਦ ਸਭ ਕੁਝ ਹੀ ਖਤਮ ਕੀਤਾ ਸਿੱਖੋ, ਆਪੇ ਲੰਗਰ ਬਣਾ ਕੇ ਆਪੇ ਅਰਦਾਸਾ ਕਰਕੇ ਛਕਾ ਲਿਆ ਕਰੋ, ਕੋਈ ਪਾਂਡੇ ਸੱਦਣ ਦੀ ਲੋੜ ਨਹੀਂ ਹੈਗੀ। ਕਹੋ ਸਤਨਾਮ। ਬਿਲਕੁਲ ਕੱਟ ਦਿੱਤਾ। ਫਿਰ ਕੇਸ਼ਵ ਦਾਸ ਰੋ ਪਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਪਾਂਡਾ ਜੀ ਸ਼ੋਕ ਨਿਵਾਰੋ, ਛਤਰੀ ਜਿਹੜੇ ਤੁਸੀਂ ਪੈਦਾ ਕੀਤੇ ਹਨ ਇਹਨਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਰੱਖੋ। ਤੁਸੀਂ ਛਤਰੀ ਬਣਾਇਆ ਇਹ, ਤੁਸੀਂ ਸ਼ੂਦਰ ਬਣਾਏ ਹੈ, ਤੁਸੀਂ ਇਹਨਾਂ ਦੇ ਉੱਤੇ ਗੁੱਸੇ ਵਾਲੀ ਨਿਗਾਹ ਨਾਲ ਨਾ ਦੇਖੋ। ਤੋ ਇਸ ਤਰ੍ਹਾਂ ਪੰਡਤ ਕੇਸ਼ਵ ਦਾਸ ਫਿਰ ਰੋ ਪਿਆ। ਜੋ ਕਿਛ ਬਿਧ ਨਾ ਲਿਖਿਓ ਮਿਸਰਜੂ ਸੋਈ ਪਾਈਅਤ ਹੈ, ਉਹੀ ਮਿਲਦਾ ਹੈ ਜੋ ਸਾਡੀ ਪ੍ਰਲਬਧ ਹੁੰਦੀ ਹੈ। ਅਗਾਹਾਂ ਤੋਂ ਸਤਿਗੁਰਾਂ ਨੇ ਬਿਲਕੁਲ ਹੀ ਕੱਟ ਦਿੱਤਾ। ਫਿਰ ਪੰਡਤ ਰੋ ਪਿਆ ਸੀਗਾ। ਤੋ ਖੈਰ ਜਦੋਂ ਪੰਡਤ ਨੇ ਸਤਿਗੁਰਾਂ ਨੂੰ ਕਿਹਾ ਕਿ ਬਲੀ ਦੇਣੀ ਪੈਣੀ ਹੈ, ਬਾਦਸ਼ਾਹ ਕਹਿੰਦੇ ਫਿਰ ਪਾਂਡੇ ਜੀ ਤੁਸੀਂ ਸਾਡੇ ਰਾਖੇ ਹੋ, ਤੁਸੀਂ ਸਰਸੁਤੀ ਬ੍ਰਾਹਮਣ ਹੋ, ਉੱਚੀ ਕੁੱਲ ਵਾਲੇ ਹੋ, ਛਤਰੀਆਂ ਦੇ ਵੀ ਆਸਰੇ ਤੁਸੀਂ ਹੋ। सदा सहायक होवत रहे सुन कर दिजेत धर गुण कहे। ਔਰ ਤੁਸੀਂ ਹਮੇਸ਼ਾ ਛਤਰੀਆਂ ਨੇ ਤੁਹਾਡੀ ਰੱਖਿਆ ਕੀਤੀ ਹੈ ਤੇ ਅੱਜ ਤੁਸੀਂ ਇਹ ਕਾਰਜ ਕਰਦੇ ਹੋ। वीर गुरु तम धन उदारा देव आराधन उदम तारा। ਤੂੰ ਤਾਂ ਯੋਧਾ ਹੈ ਭਾਈ, ਦੇਵਤਿਆਂ ਨੂੰ ਆਰਾਧਨ ਤੇ ਲੱਗਿਆ ਹੋਇਆ ਹੈ।
ਤੇ ਹੁਣ ਇਹ ਕੰਮ ਤੂੰ ਕਰ। कहना मोर तुम्हारे हित रहने देना नित पढ़ो सुचेत। ਤੂੰ ਬਹੁਤ ਤਕੜਾ ਬ੍ਰਾਹਮਣ ਹੈ, ਧਰਮੀ ਬੰਦਾ ਹੈ, ਵੇਦਾਂ ਦਾ ਬਖਤਾ ਹੈ, ਸਾਰੇ ਬ੍ਰਾਹਮਣਾਂ ਵਿੱਚੋਂ ਵੱਡਾ ਬ੍ਰਾਹਮਣ ਤੂੰ ਹੈ। ਇਸ ਕਰਕੇ ਦਿਨ ਰਾਤ ਤੂੰ ਵੇਦਾਂ ਨੂੰ ਵੀ ਪੜ੍ਹਦਾ ਰਹਿੰਦਾ। अन कर शुद्ध ब्रह्मचर्य रहना मौन होए अन सुन अन कहना। ਤੇ ਬ੍ਰਹਮਚਰੀਆ ਵੀ ਤੂੰ ਸਭ ਤੋਂ ਵੱਧ ਰੱਖਿਆ ਹੋਇਆ ਹੈ। ਤੇ ਇਸ ਕਰਕੇ ਹੁਣ ਤਾਂ ਤੇਰਾ ਫਰਜ਼ ਬਣਦਾ ਕਿ ਤੂੰ ਬਲੀ ਦੇ ਦੇ, ਕਿਉਂਕਿ ਲੋਕਾਂ ਦੇ ਭਲੇ ਵਾਸਤੇ ਹੈ। ਜੇ ਤੇਰਾ ਸਰੀਰ ਲੱਗ ਜਾਵੇ ਤਾਂ ਕੋਈ ਹਰਜ ਨਹੀਂ। जिस विद देवी रुचि उपजाई गुरु कृपा नित भई सवाई। ਔਰ ਗੁਰੂ ਕਿਰਪਾ ਸਦਕਾ ਜੇ ਤੂੰ ਸੋਚਦਾ ਕਿ ਦੇਵੀ ਪ੍ਰਗਟ ਹੋ ਜਾਵੇਗੀ, ਫਿਰ ਕਿਉਂ ਨਾ ਤੂੰ ਬਲੀ ਦੇ ਦੇਵੇਂ। अल्पी दे गेह की बात अल्पहार कृत तिल घात। ਇਸ ਤਰ੍ਹਾਂ ਉਹ ਪੰਡਿਤ ਕੇਸ਼ਵ ਦਾਸ ਨੂੰ ਜਦੋਂ ਇਹ ਗੱਲ ਕਹੀ ਤੇ ਫਿਰ ਉਹ ਡਰ ਗਿਆ। पंच मास ते आख उकारी सुपन सुनाय ओ एक बारी। ਬੜੀਆਂ ਮਿੰਟਾਂ ਕੀਤੀਆਂ, ਬੜੀਆਂ ਲੇਲੜੀਆਂ ਕੱਢੀਆਂ, ਪਰ ਜੇ ਕੋਈ ਦੇਵੀ ਹੋਵੇ ਤਾਂ ਆਵੇ ਕੋ ਸਤਨਾਮ। ਇਹ ਨਾਲੀਆਂ ਬਣਾਈਆਂ ਹੋਈਆਂ ਕਹਾਣੀਆਂ ਸਨ ਸਾਰੀਆਂ। ਔਰ ਸਤਿਗੁਰਾਂ ਨੇ 2-2.5 ਲੱਖ ਰੁਪਈਆ ਖਰਚ ਕਰਕੇ ਸਿੱਖਾਂ ਦੇ ਮਨ ਚੋਂ ਇਹ ਭਰਮ ਹੀ ਕੱਢਣਾ ਸੀਗਾ ਕਿ ਕੇਵਲ ਤੇ ਕੇਵਲ ਸ਼ਸਤਰ ਹੀ ਉਹ ਦੇਵੀ ਸ਼ਕਤੀ ਹੈ। ਬਿਨ ਸ਼ਸਤਰਾਂ ਤੋਂ ਬਿਨਾ ਜਿਹੜਾ ਹੈ ਮਨੁੱਖ ਦੇ ਅੰਦਰ ਕੋਈ ਤਾਕਤ ਨਹੀਂ। ਧਰਮ ਬਿਨਾ ਨ ਰਾਜ ਚਲੇ, ਰਾਜ ਬਿਨਾ ਨ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਸ ਕਰਕੇ ਸ਼ਾਸਤਰਨ ਕੇ ਅਧੀਨ ਹੈ ਰਾਜ। ਪਾਤਸ਼ਾਹ ਨੇ ਭਰਮ ਕੱਢਣ ਵਾਸਤੇ 2-2.5 ਲੱਖ ਰੁਪਏ ਦੀ ਹਵਨ ਸਮੱਗਰੀ ਅੱਗ ਵਿੱਚ ਸਵਾਹ ਕਰਵਾ ਦਿੱਤੀ ਹੈ। ਤੇ ਪੰਡਿਤ ਕੇਸ਼ਵ ਦਾਸ ਕਹਿਣ ਲੱਗਿਆ, ਮਹਾਰਾਜ ਹੁਣ ਇਹ ਦੇਵੀ ਬਲੀ ਮੰਗਦੀ ਆ। सभी वृतांत भले कह दियो जागृत सुपन एक सम पियो। ਤੋ ਪੰਡਿਤ ਕੇਸ਼ਵ ਦਾਸ ਨੇ ਜਦੋਂ ਇਹ ਗੱਲ ਕਹੀ, बीत गए 10 मास आराधत आए एक दसमो विद साधत। 10 ਮਹੀਨੇ ਬਤੀਤ ਹੋ ਗਏ, 11 ਮਹੀਨੇ ਉਸ ਵੇਲੇ ਲੱਗੇ ਸੀਗੇ ਇਸ ਵਿਸ਼ੇ ਤੇ। 11 ਮਹੀਨੇ ਪੰਡਿਤ ਕੇਸ਼ਵ ਦਾਸ ਹਵਨ ਕਰਦਾ ਰਿਹਾ। ਲੱਖਾਂ ਰੁਪਈਆਂ ਦਾ ਘਿਓ ਸਮੱਗਰੀ ਆਦਿ ਅੱਗ ਵਿੱਚ ਪਾ ਦਿੱਤਾ। नवमी चित रव दिन रह जामो कहो प्रिप विद ते बल धामो। ਔਰ ਨੌਮੀ ਦਾ ਦਿਨ ਸੀਗਾ, ਐਤਵਾਰ ਦਾ ਦਿਨ ਸੀ। ਪੰਡਿਤ ਕੇਸ਼ਵ ਦਾਸ ਕਹਿੰਦਾ ਅੱਜ ਆਊਗੀ ਤੇ ਉਸ ਤੋਂ ਪਹਿਲਾਂ ਆਪਾਂ ਭੇਟਾ ਤਿਆਰ ਰੱਖੀਏ। तीनों पायन जुगत विचारत केशव दास धार डर आरत। ਹੁਣ ਕੇਸ਼ਵ ਦਾਸ ਪੰਡਿਤ ਦਾ ਖਿਆਲ ਸੀਗਾ ਕਿ ਸਤਿਗੁਰੂ ਕੇ ਸਿੱਖ ਦੀ ਬਲੀ ਦੇ ਦੇਣਗੇ। ਔਰ ਗੁਰੂ ਸਾਹਿਬ ਨੂੰ ਇਹ ਗੱਲ ਕਹਿਣੀ ਵੀ ਚਾਹੁੰਦਾ ਤੇ ਡਰਦਾ ਵੀ ਹੈ। चलो मिश्र कुछ मन प्यो तोरा इस विद मम डिग कही निहोरा। ਇੱਕ ਦਿਨ ਫਿਰ ਤਕੜਾ ਜਿਹਾ ਦਿਲ ਕਰਕੇ ਪੰਡਿਤ ਕੇਸ਼ਵ ਦਾਸ ਨੇ, ਪਾਤਸ਼ਾਹ ਕਹਿੰਦੇ ਮੈਨੂੰ ਕਹਿ ਦਿੱਤਾ। जाम दियो सर कट का जार चमकी जगमग पुंज पहाड़। ਔਰ ਕਹਿਣ ਲੱਗਿਆ ਅੱਜ ਬਲੀ ਦੇਣੀ ਪੈਣੀ ਹੈ। ਤੇ ਅਸੀਂ ਉਸ ਨੂੰ ਆਖਿਆ ਵੀ ਠੀਕ ਹੈ, ਜੇ ਬਲੀ ਦੇਣੀ ਹੈ ਤੇ ਫਿਰ ਆਪਾਂ ਤੇਰੀ ਬਲੀ ਦੇ ਦਿੰਨੇ ਆ। ਤੇ ਪੰਡਿਤ ਕੇਸ਼ਵ ਦਾਸ ਕਹਿਣ ਲੱਗਿਆ ਜੀ ਬ੍ਰਾਹਮਣਾਂ ਦੀ ਬਲੀ ਤਾਂ ਨਹੀਂ ਦਿੱਤੀ ਜਾ ਸਕਦੀ, ਇਹ ਤਾਂ ਬ੍ਰਹਮ ਹੱਤਿਆ ਲੱਗੂਗੀ। ਕੀ ਗੱਲ ਬਈ ਦੂਜੇ ਬੰਦੇ ਨਹੀਂ ਹੈਗੇ, ਤੂੰ ਲਹਿਦਾ ਬੰਦਾ। ਜਦੋਂ ਪਾਤਸ਼ਾਹ ਨੇ ਕਿਹਾ ਵੀ ਆ ਜਾ ਫਿਰ ਤੇਰੀ ਬਲੀ ਦੇ ਦਿਆਂਗੇ, ਤੇ ਇੱਥੋਂ ਵਧੀਆ ਬੰਦਾ ਕਿਹੜਾ ਲੱਭਣਾ ਸਾਨੂੰ ਹੁਣ ਇਸ ਵੇਲੇ। ਤਾਂ ਫਿਰ ਪੰਡਿਤ ਬਹਾਨਾ ਬਣਾ ਕੇ ਨਹਾਉਣ ਧੋਣ ਦਾ ਕਹਿੰਦਾ ਮੈਂ ਪਵਿੱਤਰ ਹੋ ਕੇ ਆਉਣਾ, ਫਿਰ ਨਾਲੇ ਬਾਥਰੂਮ ਜਾਇਆ ਵਾਂ ਤੇ ਮੁੜ ਕੇ ਮੁੜਿਆ ਹੀ ਨਹੀਂਗਾ। ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਉਸ ਤੋਂ ਬਾਅਦ ਕੀ ਹੋਇਆ। ਅੰਮ੍ਰਿਤ ਵੇਲੇ 40 ਸਾਲਾਂ ਦੇ ਬਾਅਦ ਬਿਨਸੈ ਤੁਰਕ ਤੇਜ ਬਖਿਆਤੀ, ਆ ਜਿਹੜਾ ਤੁਰਕਾਂ ਦਾ ਪ੍ਰਤਾਪ ਹੈ ਇਹ ਹੁਣ ਖਤਮ ਮੈਂ ਕਰੂੰਗਾ। ਕਾਹਦੇ ਨਾਲ? कारद पकड़ बपरत निकारा बूंद लेने च रूप सुधारा। ਔਰ ਕਹਿਣ ਲੱਗੇ ਫਿਰ ਉਹ ਪੰਡਿਤ ਕੇਸ਼ਵ ਦਾਸ ਤਾਂ ਮੁੜ ਕੇ ਨਹੀਂ ਆਇਆ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਅਸੀਂ ਉਹ ਜਿਹੜਾ ਬਚਿਆ ਹੋਇਆ ਸਮਾਨ ਸੀ ਸਾਰਾ ਉਹਦੇ ਵਿੱਚ ਸਿੱਟ ਦਿੱਤਾ ਜੀ। तक दिन में केशव दास कुछ कला जाहियो हम पास। ਤੇ ਅਸੀਂ ਇਹ ਦੱਸ ਦਿੱਤਾ ਲੋਕਾਂ ਨੂੰ ਮਿਆਨ ਵਿੱਚੋਂ ਤਲਵਾਰ ਕੱਢ ਕੇ ਕਿ ਆਹ ਹੀ ਦੇਵੀ ਸ਼ਕਤੀ ਹੈ, ਹੋਰ ਕੋਈ ਇਸਤਰੀ ਦੇਵੀ ਨਹੀਂ ਹੈ ਜਿਹੜੀ ਰਕਸ਼ਾ ਕਰੂਗੀ। ਸ਼ਾਸਤਰ ਹੀ ਮਨੁੱਖ ਦੀ ਰਕਸ਼ਾ ਕਰ ਸਕਦਾ ਹੈ। ਜਿਹਦੇ ਕੋਲੇ ਸ਼ਾਸਤਰ ਹੈ ਭਾਵੇਂ ਕੋਈ ਕੱਪੜੇ ਵਿੱਚ ਫੂਕਣੀ ਲਪੇਟ ਕੇ ਧੌਣ ਤੇ ਲਾ ਲੇ, ਅਗਲਾ ਕੋਈ ਪਤਾ ਨਹੀਂ ਯਾਰ ਪਿਸਤੌਲ ਜੇ ਗੋਲੀ ਨੱਪਤੀ
ਘੋੜਾ ਨੱਪਦਾ ਤੇ ਮਰੀ ਜਾਵਾਂਗੇ, ਮੂਹਰੇ ਤੁਰ ਪੈਂਦਾ ਅਗਲਾ। ਸ਼ਸਤਰ ਕੇ ਅਧੀਨ ਹੈ ਰਾਜ, ਇਸ ਕਰਕੇ ਸ਼ਸਤਰਾਂ ਦੇ ਨਾਲ ਹੀ ਮਨੁੱਖ ਜਿਹੜਾ ਹੈ ਜੰਗ ਜਿੱਤ ਸਕਦਾ ਹੈ। ਸ਼ਸਤਰਾਂ ਦੇ ਨਾਲ ਹੀ ਅਸੀਂ ਰਾਜ ਕਾਇਮ ਕਰ ਸਕਦੇ ਹਾਂ। ਅਖੀਰ ਜਦੋਂ ਇਹ ਦੱਸ ਦਿੱਤਾ ਜਨ ਸੰਸਾਰ ਨੂੰ ਕਿ ਇਹੀ ਦੇਵੀ ਹੈ, ਤੇ ਪੰਡਿਤ ਕੇਸ਼ਵ ਦਾਸ ਫਿਰ ਕਈ ਦਿਨਾਂ ਦੇ ਬਾਅਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਿਆ। ਸ਼ਰਮ ਦਾ ਮਾਰਿਆ ਜਾ, ਕਿਉਂਕਿ ਮੁੜ ਕੇ ਆਇਆ ਨਹੀਂ ਬਲੀ ਦੇਣ ਵਾਸਤੇ। ਕਹਿਓ ਤਿਸੇ ਤੁਮ ਕਰ ਨ ਪਾਏ, ਜਤਾ ਮੰਤਰ ਵਿਦ ਦੇਈ ਸਿਖਾਏ। ਇਸ ਤਰ੍ਹਾਂ ਉਸ ਪੰਡਿਤ ਕੇਸ਼ਵ ਦਾਸ ਨੇ ਆ ਕੇ ਫਿਰ ਬੇਨਤੀ ਕੀਤੀ, ਮਹਾਰਾਜ ਆਪ ਜੀ ਨੂੰ ਦੇਵੀ ਮਿਲ ਗਈ। ਪਾਤਸ਼ਾਹ ਕਹਿੰਦੇ ਜਿਹੜੀ ਦੇਵੀ ਤੂੰ ਕਹਿਣਾ ਉਹ ਦੇਵੀ ਨਹੀਂ, ਸਾਡੀ ਤਾਂ ਆਹ ਦੇਵੀ ਹੈ। ਜਿੱਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿੱਤੇ ਸ਼ਾਸਤਰ ਭਯੰ ਨਮਸਕਾਰ ਤਯੰ। ਇਸ ਤਰ੍ਹਾਂ ਮਾਤਾ ਜੀ ਉਸ ਪੰਡਤ ਨੇ ਜਦੋਂ ਮਿਲਣਾ ਕੀਤਾ ਦੁਬਾਰਾ, ਇਸ ਬਦ ਹੋਵੇ ਬਾਸ ਹਮਾਰਾ, ਦਿਓ ਤਿਸੀ ਬਲ ਬਾਸ ਤੁਮਾਰਾ। ਔਰ ਇਸ ਤਰ੍ਹਾਂ ਉਹ ਪੰਡਤ ਜਿਹੜਾ ਸੀਗਾ ਫਿਰ ਅਖੀਰ ਤੇ ਜਿਹੜਾ ਹੈ ਸਤਿਗੁਰਾਂ ਦੇ ਕੋਲ ਰੋ ਪਿਆ। ਰੋਏ ਪ੍ਰਸ਼ਨ ਪੁੰਦੇ ਪਰ ਭਾਖਾ, ਮੋਹਿ ਅਵਲਾਗ ਸਾਚ ਤੋਂ ਭਾਖਾ। ਪਰ ਕਹਿਣ ਲੱਗਿਆ ਫਿਰ ਮੈਨੂੰ ਦਰਸ਼ਨ ਕਿਉਂ ਨਾ ਕਰਾਏ? ਕਹਿੰਦੇ ਹੁਣ ਕਰ ਲਾ, ਇਹੀ ਦੇਵੀ ਸਾਨੂੰ ਤਾਂ ਪ੍ਰਗਟ ਹੋਈ ਆ, ਕੋ ਸਤਨਾਮ। ਇਸ ਕਰਕੇ ਉਹ ਪਾਂਡੇ ਜਿਹੜਾ ਸੀ ਮਾਤਾ ਜੀ ਅਖੀਰ ਗਇਓ ਪਲਾਏ। ਗਇਓ ਪਲਾਏ ਨਾ ਦੀ ਦਿਖਾਈ, ਕਹੋ ਜੋ ਦੀਨ ਦਰਬ ਸਮਦਾਈ। ਅਖੀਰ ਉਹ ਪੰਡਤ ਜਿਹੜਾ ਕੇਸ਼ਵ ਦਾਸ ਭੱਜ ਗਿਆ, ਜਿਹਨੇ 1.25 ਲੱਖ ਰੁਪਇਆ ਆਪਦਾ ਵੀ ਮੰਗਿਆ ਸੀ ਖਰਚਾ। ਵਿਦਿਆਵਾਨ ਉਪਾਇ ਮਹਾਨਾ, ਕਰਿਓ ਸਿਕਲ ਬਿਦ ਸੋ ਤੁਮ ਜਾਣਾ। ਇਸ ਤਰ੍ਹਾਂ ਮਾਤਾ ਜੀ ਸੰਸਾਰੇ ਦੇ ਜਿਹੜੇ ਬ੍ਰਾਹਮਣ ਸਨ, ਕੇਸ਼ਵ ਦਾਸ ਵਰਗੇ ਵੱਡੇ ਵਿਦਿਆਵਾਨ, ਇਹ ਸਾਰੇ ਇਸ ਤਰ੍ਹਾਂ ਦੇ ਸਨ, ਸੰਸਾਰ ਨੂੰ ਭਰਮਾਂ ਵਿੱਚ ਪਾ ਕੇ ਰੱਖਣ ਵਾਲੇ। ਸਭਨ ਸੁਣਤ ਬੋਲੇ ਗੁਰ ਧੀਰਾ, ਕੀਸ ਬਤਾਰਿਓ ਜਾਏ ਸਰੀਰਾ। ਇਉਂ ਕੇਸ਼ਵ ਪੰਡਤ ਨੇ ਫਿਰ ਇੱਕ ਬੇਨਤੀ ਕੀਤੀ ਕਿ ਮਹਾਰਾਜ ਮੈਂ ਤੁਹਾਡੇ ਘਰ ਵਿੱਚ ਜਨਮ ਲੈਣਾ ਚਾਹੁੰਦਾ ਹਾਂ ਸਰੀਰ ਛੱਡ ਕੇ। ਤਾਂ ਪਾਤਸ਼ਾਹ ਕਹਿਣ ਲੱਗੇ ਠੀਕ ਹੈ, ਤੂੰ ਸਿੱਖਾਂ ਦੇ ਘਰੇ ਜਨਮ ਲੈ ਸਕੇਗਾ। ਅਮਰੋ ਸਿੱਖ ਹੋਇਆ ਅਵਤਾਰੇ, ਰਣ ਸਿੰਘ ਨਾਮ ਭੂਮ ਪਰਥੇ। ਔਰ ਤੇਰਾ ਨਾਮ ਰਣ ਸਿੰਘ ਹੋਵੇਗਾ ਤੇ ਤੂੰ ਸਾਡੇ ਸਿੱਖਾਂ ਦੇ ਘਰੇ ਅਗਲਾ ਜਨਮ ਲਵੇਂਗਾ। ਹੋਏ ਜਨਮ ਪਹਿਲੋ ਧਰ ਲੈ ਹੈ, ਦੇ ਤੀਸਰੀ ਅਸਪਨ ਪੈ ਹੈ। ਔਰ ਫਿਰ ਤੇਰਾ ਜਿਹੜਾ ਤੀਸਰਾ ਜਨਮ ਹੋਵੇਗਾ 2 ਜਨਮਾਂ ਤੋਂ ਬਾਅਦ। ਬਹੁਤਨ ਸੰਗ ਕਰੇਗਾ ਜਬ ਹੀ, ਕਰੇ ਰਾਜ ਹੰਕਾਰੀ ਤਬ ਹੀ। ਔਰ ਤੂੰ ਰਾਜ ਕਰੇਗਾ ਪਰ ਤੂੰ ਹੰਕਾਰ ਵੀ ਧਾਰ ਲਵੇਂਗਾ। ਲਾਪੁਰ ਮੈਂ ਕਰ ਨਿਜ ਰਜਤਾਨੀ, ਜੀਤੇ ਦੇਸ਼ਨ ਵਿਜੇ ਮਹਾਨੀ। ਲਾਹੌਰ ਦੇ ਵਿੱਚ ਤੂੰ ਆਪਣੀ ਰਾਜਧਾਨੀ ਬਣਾਵੇਂਗਾ, ਦੇਸ਼ਾਂ ਨੂੰ ਜਿੱਤੇਗਾ। ਅੰਤ ਸਮੇਂ ਗਤ ਹੋਏ ਬਹੋਰੀ, ਤਨ ਕੋ ਤਿਆਗ ਆਏ ਮਨ ਮੋਰੀ। ਅਖੀਰ ਤੂੰ ਸਰੀਰ ਤਿਆਗ ਕੇ ਪਰਮੇਸ਼ਰ ਦੇ ਘਰ ਜਾਵੇਂਗਾ। ਇੱਦਾਂ ਪਾਤਸ਼ਾਹ ਜੀ ਨੇ ਇਹ ਕਹਾਣੀ ਸਾਰੀ ਸੁਣਾਉਣੀ ਕੀਤੀ ਹੈ ਬਈ ਦੇਵੀ ਕੋਈ ਸ਼ੇਰ ਤੇ ਬੈਠੀ ਹੋਈ ਇਸਤਰੀ ਨਹੀਂ ਹੈ, ਤਲਵਾਰ ਹੀ ਦੇਵੀ ਹੈ ਅਸਲ ਵਿੱਚ ਸਾਡੀ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਤੇ ਗੁਰ ਅਮਰਦਾਸ ਰਾਮਦਾਸੈ ਹੋਈ ਸਹਾਏ। ਇਸ ਤਰ੍ਹਾਂ ਭਗਉਤੀ ਭਗਵੰਤ ਭਗਤ ਕਾ ਰੰਗ, ਸਿੱਖਾਂ ਦੀ ਭਗਤਾਂ ਦੀ ਜਿਹੜੀ ਸ਼ਕਤੀ ਹੈ ਉਹ ਪਰਮੇਸ਼ਰ ਦੀ ਭਗਤੀ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਮਾਤਾ ਜੀ ਦੇ ਪੁੱਛਣ ਤੇ ਇਹ ਸਾਰੀ ਗੱਲ ਦੱਸਣੀ ਕੀਤੀ ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਬੈਠੇ ਸਭਾ ਸਥਾਨ। ਇੱਕ ਦਿਨ ਦੀ ਗੱਲ ਹੈ, ਮੇਰੇ ਪ੍ਰੀਤਮ ਦੀਵਾਨ ਵੇ ਸਜੇ ਹਨ। ਪ੍ਰਿੰਦ ਸਿੱਖ ਮਿਲ ਕੇ ਤਬੈ, ਕਰੀ ਪੁਕਾਰ ਮਹਾਨ। ਔਰ ਕਈ ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ। ਗੁਰੂ ਕਰੀਬ ਨਿਵਾਜ, ਪ੍ਰਭ ਹੈ ਕਿਰਪਾ ਨਿਦਾਨਾ। ਔਰ ਸਿੱਖਾਂ ਨੇ ਬੇਨਤੀ ਕੀਤੀ ਹੈ ਗੁਰੂ ਗਰੀਬ ਨਵਾਜ, ਕਿਰਪਾ ਨਿਧਾਨ ਸਤਿਗੁਰੂ। ਤਕਰਾਰੀ ਸੋ ਪ੍ਰਸਾਦ ਕੈ, ਸਭ ਹੀ ਨਹੀਂ ਜਾਣਾ। ਮਹਾਰਾਜ ਜੀ ਪ੍ਰਸ਼ਾਦ ਵਾਲਾ ਜਿਹੜਾ ਲਾਂਗਰੀ ਹੈ ਨਾ, ਉਹ ਬੜਾ ਝਗੜਾਲੂ ਹੈ, ਸੰਗਤਾਂ ਨੂੰ ਬੜਾ ਝਿੜਕਦਾ ਹੈ। ਸਾਰੇ ਜਾਣਦੇ ਆ ਮਹਾਰਾਜ ਜਿਹੜਾ ਲਾਂਗਰੀ ਹੈ ਨਾ ਆਪਣਾ, ਲੰਗਰ ਤਿਆਰ ਕਰਦਾ ਹੈ, ਉਹ ਸੰਗਤ ਨੂੰ ਬਹੁਤ ਝਿੜਕਦਾ ਹੈ।
ਸੰਗਤ ਨਾਲ ਲੜਦਾ ਹੀ ਰਹਿੰਦਾ ਹੈ। ਏਤ ਲਾਂਗਰੀ ਅਲਪਹੀ ਜਾਜਤ ਸਿੱਖ ਫੇਰੀ। ਔਰ ਲਾਂਗਰੀ ਦਾ ਇਹੋ ਜਿਹਾ ਸੁਭਾਅ ਦੇਖ ਕੇ ਨਾ ਸੰਗਤ ਡਰਦੀ, ਉਹਦੇ ਕੋਲੇ ਕੋਈ ਚੀਜ਼ ਲੈਣ ਵੀ ਨਹੀਂ ਜਾਂਦੀ, ਡਰਦੀ ਰਹਿੰਦੀ ਹੈ। ਬੋਲੇ ਮੁਖ ਮੌਨ ਤਰ ਜੇ ਕਹੇ ਕੋ ਫੇਰੀ। ਪਹਿਲਾਂ ਤਾਂ ਸਿੱਧੇ ਮੂੰਹ ਨਾਲ ਬੋਲਦਾ ਹੀ ਨਹੀਂਗਾ, ਤੇ ਜੇ ਬੋਲ ਪਵੇ ਤੇ ਅਗੋਂ ਪੁੱਠਾ ਬੋਲਦਾ। ਮਹਾਰਾਜ ਆਪਣੇ ਲਾਂਗਰੀ ਦਾ ਹਾਲ ਹੈ ਇਹ। ਸ੍ਰੀ ਮੁਖ ਤੇ ਮੁਸਕਾਏ ਕਰ ਹਿਮ ਬਾਕ ਬਖਾਨਾ। ਤੇ ਜਦੋਂ ਸਿੱਖ ਨੇ ਆ ਕੇ ਸ਼ਿਕਾਇਤ ਲਾਈ ਨਾ ਸਿੱਖ ਸੰਗਤਾਂ ਨੇ, ਮਹਾਰਾਜ ਲਾਂਗਰੀ ਨੂੰ ਸਮਝਾਓ, ਐਵੇਂ ਲੜਦਾ ਰਹਿੰਦਾ ਸੰਗਤਾਂ ਦੇ ਨਾਲ। ਪਹਿਲੀ ਗੱਲ ਤਾਂ ਬੋਲਦਾ ਨਹੀਂ, ਜੇ ਬੋਲਦਾ ਤੇ ਪੁੱਠਾ ਹੀ ਬੋਲਦਾ, ਕੁਫੇਰੀ ਪੁੱਠਾ ਹੀ ਬੋਲਦਾ, ਜਦੋਂ ਬੋਲਦਾ ਹੈ ਉਲਟਾ ਹੀ ਬੋਲਦਾ। ਸਤਿਗੁਰੂ ਹੱਸ ਪਏ, ਕਹਿੰਦੇ ਲੋਭੇ ਦੀਰਘ ਲਾਂਗਰੀ ਨਾਹਿਨ ਤ੍ਰਿਪਤਾਨਾ। ਪਾਤਸ਼ਾਹ ਕਹਿੰਦੀ ਇਹ ਲਾਲਚੀ ਹੋ ਗਿਆ ਹੈ, ਇਹ ਵੱਡਾ ਲਾਲਚੀ ਹੋ ਗਿਆ ਲਾਂਗਰੀ ਸਾਡਾ, ਇਹ ਰੱਜਦਾ ਨਹੀਂ। ਗੁਰਤਾ ਨੇ ਖਾਇਓ ਅਦਕ ਡਹਿ ਕਿਉ ਮਨ ਮਾਹੀ। ਇਹਨੇ ਗੁਰੂ ਘਰ ਦਾ ਧਨ ਬਹੁਤ ਖਾ ਲਿਆ ਹੈ, ਹੁਣ ਇਹਦਾ ਮਨ ਡਹਿਕਿਆ, ਭਾਵ ਭਟਕ ਗਿਆ। ਗੁਰੂ ਘਰ ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਣ, ਹੱਡ ਮਾਰ ਮੱਤ ਮਾਰਨ ਹੱਡ ਭੰਨਣ, ਕੰਮ ਕਰਨ ਨਾ ਦੇਣ। ਇਸ ਕਰਕੇ ਜਦੋਂ ਕੋਈ ਗੁਰੂ ਕੇ ਧਨ ਨੂੰ ਇਸ ਤਰ੍ਹਾਂ ਆਪਦੇ ਵਾਸਤੇ ਵਰਤਣਾ ਸ਼ੁਰੂ ਕਰ ਦੇਵੇ, ਆਪਦੇ ਖਾਣ ਵਾਸਤੇ ਸ਼ੁਰੂ ਕਰ ਦੇਵੇ, ਤਾਂ ਫਿਰ ਉਹਦਾ ਮਨ ਡਹਿਕਣਾ ਹੁੰਦਾ, ਭਟਕ ਜਾਣਾ। ਜਿਸ ਤਰ੍ਹਾਂ ਗੁਰੂ ਪਿਆਰੋ ਮਿਰਗ ਪਾਣੀ ਨੂੰ ਵੇਖ ਕੇ ਭਟਕ ਜਾਂਦਾ ਹੈ, ਇੱਥੇ ਖੜਾ ਦੂਰ ਵੇਖਦਾ ਧੁੱਪੇ ਟਿੱਬਿਆਂ 'ਚ, ਐਂ ਲੱਗਦਾ ਜਿਵੇਂ ਉੱਥੇ ਪਾਣੀ ਖੜਾ ਹੁੰਦਾ, ਭੱਜ ਕੇ ਉੱਥੇ ਜਾਂਦਾ। ਮਿਰਗ ਤ੍ਰਿਸ਼ਨਾ ਉਹਨੂੰ ਕਹਿੰਦੇ ਆ। ਗਾਂ ਉੱਥੇ ਪਾਣੀ ਨਹੀਂ ਹੁੰਦਾ, ਫਿਰ ਉਦੋਂ ਗਾਂ ਵੇਖਦਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਸਾਡਾ ਲਾਂਗਰੀ ਹੈ ਨਾ, ਇਹ ਗੁਰੂ ਦਾ ਘਰ ਦਾ ਖਾ ਖਾ ਕੇ ਭਟਕ ਗਿਆ। ਹੁਣ ਪਿਛਲੇ ਜਨਮ ਮਸੰਦ ਤੋਂ ਭੁੱਖਾ ਬੜ ਆਹੀ। ਪਿਛਲੇ ਜਨਮ ਦਾ ਇਹ ਮਸੰਦ ਹੈ ਸਾਡਾ, ਉਦੋਂ ਵੀ ਇਸ ਨੇ ਗੁਰੂ ਘਰ ਦਾ ਬੜਾ ਖਾਧਾ ਹੈ। ਦੇਵੋ ਦੇਗ ਗੁਰੂ ਕੀ ਹੋਏ, ਦੇਗ ਵਾਹਿਗੁਰੂ ਜੀ ਕੀ ਸੋਏ। ਔਰ ਜਿਵੇਂ ਗੁਰੂ ਜੀ ਦਾ ਲੰਗਰ ਹੈ, ਇਹਨੂੰ ਪਰਮੇਸ਼ਰ ਦਾ ਜਾਣ ਕੇ ਛਕਣਾ ਚਾਹੀਦਾ ਹੈ। ਪਰ ਇਹ ਲਾਂਗਰੀ ਸਮਝਦੇ ਆ ਕਿ ਸਾਡਾ ਹੈ, ਅਸੀਂ ਚਲਾਉਨੇ ਆ, ਸਾਡੇ ਬਿਨਾਂ ਲੰਗਰ ਹੀ ਨਹੀਂ ਚੱਲਦੇ। ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਲੰਗਰ ਗੁਰੂ ਕਾ ਹੁੰਦਾ ਹੈ, ਇਹਨੂੰ ਪਰਮੇਸ਼ਰ ਦੀ ਦਾਤ ਜਾਣ ਕੇ ਛਕਣਾ ਚਾਹੀਏ। ਸਵਾਦ ਦੇਗ ਮੈਂ ਬਹੁਤ ਰਹਿ, ਜੋ ਪੋਹਲੀਆ ਗੁਰਸਿੱਖ ਹੈ। ਜਿਹੜਾ ਗੁਰਸਿੱਖ ਅੰਮ੍ਰਿਤਧਾਰੀ ਹੋਵੇ, ਪੋਹਲੀਆ ਪੋਹਲ ਧਾਰ ਕੇ ਭਾਵ ਅੰਮ੍ਰਿਤਧਾਰੀ ਹੋ ਕੇ ਜਦੋਂ ਕੋਈ ਲੰਗਰ ਵਿੱਚ ਪ੍ਰਸ਼ਾਦਾ ਬਣਾਉਂਦਾ ਹੈ, ਤਾਂ ਫਿਰ ਉਹ ਪ੍ਰਸ਼ਾਦਾ ਬਹੁਤ ਸਵਾਦ ਬਣਦਾ ਹੈ। ਨਹੀਂ ਪ੍ਰਸਾਦ ਦੇਗ ਕੋ ਖਾਏ, ਸੋਨੇ ਗੁਰ ਕੋ ਸਿੱਖ ਗਦਾਏ। ਔਰ ਗੁਰੂ ਕਾ ਲੰਗਰ ਛਕਣਾ ਚਾਹੀਦਾ। ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਕਿ ਛਕਣਾ ਨਹੀਂ ਚਾਹੀਦਾ, ਗੁਰੂ ਸਾਹਿਬ ਕਹਿੰਦੇ ਛਕਣਾ ਵੀ ਚਾਹੀਦਾ ਹੈ ਪ੍ਰਸ਼ਾਦ ਰੂਪ ਦੇ ਵਿੱਚ, ਪਰ ਇਹ ਵੀ ਨਹੀਂ ਕਿ ਡਰ ਕੇ ਭੱਜ ਜਾਣਾ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਬੈਠੇ ਆ, ਤੇ ਇੱਕ ਕੋਈ ਮਨੁੱਖ 2-2.5 ਕਿਲੋ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਾ ਕੇ ਲੈ ਕੇ ਆਇਆ। ਖੁਸ਼ਬੂਆਂ ਆਉਣ ਲਪਟਾਂ ਮਾਰਨ, ਦੂਰੋਂ ਪਤਾ ਲੱਗੇ ਵੀ ਕੜਾ ਪ੍ਰਸ਼ਾਦ ਦੀ ਦੇਗ ਬਣੀ ਆ, ਬੜੀ ਸਵਾਦ ਲਈ, ਤੇ ਲਿਆ ਕੇ ਰੱਖਤੀ, ਅਰਦਾਸਾ ਕੀਤਾ। ਸਿੱਖਾਂ ਦੇ ਵਿੱਚ ਇੱਕ ਸਿੱਖ ਬੈਠਾ ਸੀਗਾ, ਤੇ ਉਹਨੂੰ ਵੀ ਨੱਕ ਨੂੰ ਆਈ ਖੁਸ਼ਬੂ, ਤੇ ਫੁਰਨਾ ਬਣ ਗਿਆ ਵੀ ਜੇ ਕਿਤੇ ਮੈਨੂੰ ਸਾਰੀ ਦੇ ਦੇਣ ਤਾਂ ਨਜ਼ਾਰਾ ਹੀ ਆ ਜੇ। ਅੱਜ ਕਹੋ ਸਤਿਨਾਮ। ਤੇ ਪਾਤਸ਼ਾਹ ਜੀ ਨੇ ਵੀ ਭਾਂਪ ਲਿਆ, ਕਹਿੰਦੇ ਉਰੇ ਆ ਸਿੱਖਾ। ਹਾਂ ਮਹਾਰਾਜ। ਕਹਿੰਦੇ ਸ਼ਕਲਾ ਲੈ ਜਾ ਬਾਹਰ ਚੱਕ ਕੇ ਪ੍ਰਾਂਤ। ਕਹੋ ਸਤਿਨਾਮ। ਉਹਦੇ ਤਾਂ ਮੌਜ ਬਣ ਗਈ, ਬੱਲੇ ਬੱਲੇ ਹੋ ਗਈ। ਚੱਕੀ ਪ੍ਰਾਂਤ ਉਦੋਂ ਲੋਕਾਂ ਦੀ ਪਸੇਰੀ ਪਸੇਰੀ ਖੁਰਾਕ ਹੁੰਦੀ ਸੀ, 2.5 ਸੇਰ। ਉਹ ਚੱਕੀ ਕੜਾ ਪ੍ਰਸ਼ਾਦ ਦੀ ਦੇਗ ਵਾਲੀ ਪ੍ਰਾਂਤ ਤੇ ਬਾਹਰ ਬੈਠ ਕੇ ਇਕੱਲੇ ਖਾ ਗਿਆ। ਹੁਣ ਦਿਨ ਬਤੀਤ ਹੁੰਦੇ ਗਏ, 2 ਦਿਨ 4 ਦਿਨ 10 ਦਿਨ ਬਤੀਤ ਹੋਏ, ਤੇ ਲੱਤਾਂ ਤੇ ਖੁਰਕ ਜੀ ਹੋਣ ਲੱਗੀ। ਖੁਰਕਦਿਆਂ ਮਾਸ ਜਾ ਉਖੜ ਗਿਆ, ਥੋੜਾ ਥੋੜਾ ਪਾਣੀ ਜਾ ਵਗਣ ਲੱਗਿਆ। 10 ਦਿਨਾਂ ਬਾਅਦ ਕਹਿੰਦਾ ਪਾਤਸ਼ਾਹ ਜੀ ਆ ਲੱਤਾਂ ਤੇ ਪਤਾ ਨਹੀਂ ਕੀ ਹੋ ਗਿਆ ਮੇਰੇ। ਕੋ ਸਤਿਨਾਮ। ਕਹਿੰਦੇ ਕੀ ਹੋ ਗਿਆ ਇਹ, ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਨਹੀਂ ਮਹਾਰਾਜ ਕਿਰਪਾ ਕਰੋ, ਇਹ ਤਾਂ ਖੁਰਕ ਜੀ ਪੈਂਦੀ ਜਾਂਦੀ ਹੈ। ਕਹਿੰਦੇ ਫਿਰ ਤੂੰ ਛਕੀ ਵੀ ਤਾਂ ਇਕੱਲੇ ਨਹੀਂ ਸੀ ਨਾ ਉਹਦਨੇ। ਕਹੋ ਸਤਿਨਾਮ। ਕਹਿੰਦੇ ਜੀ ਕੀ? ਕਹਿੰਦੇ ਜਿਹੜਾ ਕੜਾਹ ਪ੍ਰਸ਼ਾਦ ਦੀ ਪ੍ਰਾਂਤ ਆਈ ਸੀ 2.5 ਸੇਰ ਦੀ, ਉਹ ਤੇ ਫਿਰ ਮਹਾਰਾਜ ਫਿਰ ਕੀ ਹੋ ਗਿਆ, ਤੁਸੀਂ ਮੈਨੂੰ ਛਕਾਈ ਸੀ ਆਪੇ ਹੀ। ਕਹਿੰਦੇ ਤੂੰ ਮੰਗੀ ਸੀ ਤਾਂ ਮੈਂ ਤੈਨੂੰ ਕਹੀ ਸ਼ਕਲਾ। ਉਹ ਜਿਹਨੇ 2.5 ਸੇਰ ਦੇਗ ਕਰਵਾਈ ਸੀ ਉਹਨੂੰ ਖੁਰਕ ਪਈ ਹੋਈ ਸੀ। ਕਹੋ ਸਤਿਨਾਮ। ਉਹ ਖੁਰਕ ਤੋਂ ਹੀ ਦੇਗ ਕਰਵਾ ਕੇ ਲਿਆਇਆ ਸੀਗਾ। ਹੁਣ ਜੇ ਅਸੀਂ ਉਹ ਦੇਗ ਸੰਗਤ ਵਿੱਚ ਵੰਡ ਦਿੰਦੇ, ਕਿਸੇ ਦੇ ਫੁੰਸੀ ਹੁੰਦੀ, ਕਿਸੇ ਦੇ ਫੋੜਾ ਹੁੰਦਾ, ਕਿਸੇ ਦਾ ਕੰਨ ਦੁਖਦਾ, ਕਿਸੇ ਦਾ ਸਿਰ ਦੁਖਦਾ, ਕਿਸੇ ਨੂੰ ਤਾਪ ਚੜ੍ਹਦਾ, ਮਾੜਾ ਮੋਟਾ ਲੈ ਜਾਂਦਾ, ਤੇ ਉਹ ਵਿਚਾਰੇ ਸਿੱਖ ਦਾ ਸਾਰਾ ਦੁੱਖ ਵੰਡਿਆ ਜਾਂਦਾ, ਤੇ ਸੰਗਤ ਨੂੰ ਕੋਈ ਪਤਾ ਨਹੀਂ ਸੀ ਲੱਗਣਾ। ਕਹੋ ਸਤਿਨਾਮ।
ਤੇ ਤੂੰ ਇਕੱਲਾ ਹੀ ਚੱਕ ਕੇ ਪ੍ਰਾਂਤ ਖਾ ਗਿਆ, ਤੈਨੂੰ ਨਹੀਂ ਪਤਾ ਵੀ ਉਹ ਦੁੱਖ ਦੀ ਚੀਜ਼ ਹੈ। ਉਹ ਕਹਿਣ ਲੱਗਿਆ ਜੀ ਹੁਣ ਕੀ ਕਰਾਂ? ਕਹਿੰਦੇ ਹੁਣ 5 ਕਿਲੋ ਕੜਾਹ ਪ੍ਰਸ਼ਾਦ ਕਰਾ, ਫਿਰ ਗੱਲ ਬਣਨੀ ਆ। ਕਹੋ ਸਤਨਾਮ। 2.5 ਸੇਰ ਉਹ ਤੇ 2.5 ਸੇਰ ਦਾ ਜੁਰਮਾਨਾ ਤੈਨੂੰ ਲੱਗੇਗਾ, ਫਿਰ ਤੇਰੀ ਇਹ ਖੁਰ ਘਟੇਗੀ। ਫਿਰ ਉਹਨੇ ਪਸੇਰੀ ਪੱਕੀ ਦੇਖ ਕਰਵਾਈ ਲਿਆ ਕੇ। ਤਾਂ ਗੁਰੂ ਕਿਰਪਾ ਕਰਨ, ਪਾਤਸ਼ਾਹ ਜੀ ਕਹਿੰਦੇ ਜਦੋਂ ਕੋਈ ਪੋਹਲੀਆ ਅੰਮ੍ਰਿਤਧਾਰੀ ਸਿੱਖ ਲੰਗਰ ਤਿਆਰ ਕਰਦਾ ਹੈ, ਲੰਗਰ ਬਹੁਤ ਸਵਾਦ ਬਣਦਾ ਹੈ ਤੇ ਲੰਗਰ ਸਾਨੂੰ ਛਕਣਾ ਵੀ ਚਾਹੀਦਾ ਹੈ। ਆਪਦੇ ਸੁਨੋ ਸਿੱਖ ਸਭ ਭਾਈ, ਕਰਕੇ ਰਹਿਤ ਜਤਾ ਹਮ ਗਾਈ। ਔਰ ਹੁਣ ਸੁਣ ਲਓ ਗਾਹਾਂ ਤੋਂ ਜੋ ਰਹਿਤ ਬਹਿਤ ਅਸੀਂ ਦੱਸਣੇ ਕੀਤੇ ਹੈ। ਆਪ ਪ੍ਰਸਾਦ ਬਣਾਵੋ ਤਿਆਰ, ਡਿਗਹਿ ਦੀਜਿਆ ਜੋ ਆਹਾਰ। ਔਰ ਤੁਸੀਂ ਸ਼ਿਕਾਇਤਾਂ ਨਾ ਲਾਇਆ ਕਰੋ ਲੰਗਰੀਆਂ ਦੀਆਂ, ਕਰਨ ਦਿਓ ਜੋ ਕਰਦੇ ਐ। ਤੁਸੀਂ ਆਪ ਲੰਗਰ ਤਿਆਰ ਕਰ ਲਿਆ ਕਰੋ ਕੋਲੇ ਖੜ ਕੇ, ਤੇ ਆਪ ਹੀ ਸੰਗਤਾਂ ਨੂੰ ਪਿਆਰ ਨਾਲ ਛਕਾਇਆ ਕਰੋ। ਸਿੱਖ ਪ੍ਰਸਾਦ ਸਿਖਾਵੇ ਸਿੱਖ ਕੋ, ਹੋਏ ਨਿਹਾਲ ਨਾ ਕਸ਼ਟ ਭਵਿਖ ਕੋ। ਜਦੋਂ ਕੋਈ ਸਿੱਖ ਪ੍ਰਸ਼ਾਦਾ ਤਿਆਰ ਕਰਕੇ ਦੂਸਰੇ ਸਿੱਖ ਨੂੰ ਛਕਾਉਂਦਾ ਹੈ ਤਾਂ ਉਹਦੇ ਆਉਣ ਵਾਲੇ ਸਮੇਂ ਦੇ ਕਸ਼ਟਾਂ ਦਾ ਖਾਤਮਾ ਹੋ ਜਾਂਦਾ। ਆਸ਼ਰਮ ਵਰਨ ਸਵਣ ਕੇ ਤਿਆਗੀ, ਪੰਥ ਗੁਰੂ ਕੋ ਪ੍ਰਭ ਅਨਰਾਗੀ। ਔਰ ਸਾਡਾ ਕੋਈ ਵਰਨ ਆਸ਼ਰਮ ਨਹੀਂ ਹੈ, ਅਸੀਂ ਸਿੱਖ ਹਾਂ, ਖਾਲਸਾ ਹਾਂ, ਸਾਡੀ ਕੋਈ ਜਾਤ ਪਾਤ ਉੱਚੀ ਨੀਵੀਂ ਨਹੀਂ ਹੈ। ਅਸੀਂ ਇਹ ਚੀਜ਼ਾਂ ਆਪਣੇ ਪੰਥ ਵਿੱਚੋਂ ਕੱਢ ਦਿੱਤੀਆਂ ਹਨ। ਆਸ਼ਰਮ ਵਰਨ ਦਾ ਭਰਮ ਨਹੀਂ ਕਰਨਾ ਮੇਰੇ ਸਿੱਖਾਂ ਨੇ। ਲੰਗਰ ਤਿਆਰ ਕਰਕੇ ਆਪ ਤੇ ਆਪੇ ਹੀ ਸੰਗਤਾਂ ਨੂੰ ਛਕਾਉਣਾ ਕਰੋ ਜੀ। ਕਾਰੇ ਅਰਦਾਸ ਕਰੋ ਵਰਤਾਵਨ, ਤਬ ਪ੍ਰਸਾਦ ਕੈ ਛਲੇ ਛਕਾਵਨ। ਅਰਦਾਸਾ ਕਰਕੇ ਸੰਗਤਾਂ ਨੂੰ ਛਕਾ ਦਿਆ ਕਰੋ ਤੇ ਛਕਣ ਵਾਲੇ ਕਹਿ ਦਿਆ ਕਰੋ ਤਬ ਪ੍ਰਸਾਦ ਭਰਮ ਕਾ ਨਾਸ। ਇਹ ਪਾਤਸ਼ਾਹ ਜੀ ਨੇ ਬਚਨ ਮਾਛੀਵਾੜੇ ਦੇ ਜੰਗਲਾਂ ਵਿੱਚ ਦਿੱਤਾ ਸੀ, ਜਿੱਦਣੇ ਗੁਰੂ ਪਿਆਰਿਓ ਮੁਗਲ ਫੌਜਾਂ ਨੇ ਰੋਕ ਕੇ ਪਾਤਸ਼ਾਹ ਜੀ ਨੂੰ ਕਿਹਾ ਸੀ ਕਿ ਸਾਡਾ ਭੋਜਨ ਛਕ ਕੇ ਜਾਓ। ਕੋ ਸਤਨਾਮ ਸੀ। ਜਦੋਂ ਉੱਚ ਦੇ ਪੀਰ ਬਣ ਕੇ ਉੱਥੋਂ ਨਿਕਲੇ ਸਨ, ਉਸ ਵੇਲੇ ਇਹ ਬਚਨ ਦਿੱਤਾ ਸੀਗਾ ਤਾਂ ਪ੍ਰਸਾਦ ਭਰਮ ਕਾ ਨਾਸ। ਪਾਤਸ਼ਾਹ ਕਹਿੰਦੇ ਛਕਣ ਵਾਲਾ ਗੁਰੂ ਨੂੰ ਯਾਦ ਕਰਕੇ, ਗੁਰੂ ਦੀ ਕਿਰਪਾ ਕਹਿ ਕੇ ਛਕ ਲਵੇ ਤੇ ਛਕਾਉਣ ਵਾਲਾ ਪ੍ਰੇਮ ਨਾਲ ਛਕਾਵੇ। ਤੇ ਪੁਰਾਣੇ ਬਜ਼ੁਰਗ ਕਿਹਾ ਕਰਦੇ ਸੀ, ਸਖੀ ਦੇ ਸੰਤੋਖੀ ਖਾਏ, ਤਿਸਕੀ ਬਾਸ਼ਨਾ 3 ਲੋਕ ਕੋ ਜਾਏ। ਤ੍ਰਿਪਤ ਹੋਏ ਮੁਖ ਹਾਥ ਪਖਾਰੋ, ਤਿਸ ਪਛਾਤੀ ਚੁਗਲਾ ਉਚਾਰੋ। ਔਰ ਫਿਰ ਤ੍ਰਿਪਤ ਹੋ ਕੇ ਰੱਜ ਕੇ ਭੋਜਨ ਛਕ ਕਰਕੇ ਉਹਦੇ ਹੱਥ ਪੈਰ ਹੱਥ ਮੂੰਹ ਧਵਾਓ ਆਪਦੇ ਹੱਥ ਨਾਲ ਪਾਣੀ ਲੈ ਕੇ। ਤੇ ਅੱਜ ਕੱਲ੍ਹ ਇਹ ਸੇਵਾ ਸਾਡੇ ਹੱਥਾਂ 'ਚੋਂ ਨਿਕਲਦੀ ਜਾ ਰਹੀ ਹੈ। ਬਾਬਾ ਜੀ ਵਾਸ਼ ਬੇਸ਼ਨ ਦੇ ਹੱਥ ਧੋਲੋ, ਉੱਥੇ ਸਾਬਣ ਵੀ ਪਈ ਆ। ਕੋਈ ਸਤਨਾਮ। ਪਰ ਪਾਤਸ਼ਾਹ ਕਹਿੰਦੇ ਆਪਣੇ ਹੱਥ ਦੇ ਨਾਲ ਉਹਨਾਂ ਨੂੰ ਚੂਲਾ ਕਰਾਓ, ਹੱਥ ਨਾਲ ਗਲਬੀ ਨਾਲ ਜਲ ਪਾ ਕੇ। ਸ਼ਾਸਤਰ ਤੁਰੰਗਮ ਕੀਨਿਤ ਸੋਧੀ, ਹੋਵਣ ਤੁਰਕਣ ਸੰਗ ਵਿਰੋਧੀ। ਔਰ ਇਸ ਤਰ੍ਹਾਂ ਸ਼ਾਸਤਰ ਘੋੜੇ ਆਦਿ ਇਹ ਹਮੇਸ਼ਾ ਰੱਖੋ ਔਰ ਜ਼ੁਲਮ ਦੇ ਹਮੇਸ਼ਾ ਐਂਟੀ ਚੱਲੋ। ਐਨ ਪਹਾੜੀ ਸੋ ਨਿਤ ਨਿਆਰੋ, ਬਨ ਕਰ ਸਕਾ ਨਾ ਕੀਜੇ ਪਿਆਰੋ। ਪਹਾੜੀਆਂ ਨਾਲ ਕਦੇ ਵੀ ਪਿਆਰ ਨਹੀਂ ਕਰਨਾ। ਇਹ ਪਹਾੜੀਏ ਮਿੱਤਰ ਨਹੀਂ ਹੈਗੇ ਸਾਡੇ, ਇਹਨਾਂ ਤੋਂ ਹਮੇਸ਼ਾ ਹੀ ਅਲੱਗ ਰਹਿਣਾ ਹੈ। ਇਹਨਾਂ ਨੂੰ ਕਦੇ ਵੀ ਮਿੱਤਰ ਨਾ ਸਮਝੋ, ਦੋਸਤੀ ਨਾ ਸਮਝੋ। ਸਾਧ ਸਿਖਨ ਕੋ ਖਰਚ ਵਿਸਾਲਾ, ਦਹਿ ਗੁਰੂ ਸਰਬ ਕਲਾਲਾ। ਔਰ ਖਾਲਸੇ ਨੂੰ ਜਿਹੜਾ ਖਰਚਾ ਹੈ ਗੁਰੂ ਆਪ ਦੇਵੇਗਾ। ਗੁਰੂ ਦੇ ਵਿੱਚ ਸਰਬ ਥਾਂ ਤੇ ਆਪ ਵਰਤੇਗਾ। ਜਿਵੇਂ ਬਾਬਾ ਨਿਧਾਨ ਸਿੰਘ ਨੂੰ ਜਦ ਕਿਹਾ ਸਟੇਸ਼ਨ ਤੋਂ ਜਾ ਕੇ ਸਤਿਗੁਰਾਂ ਨੇ ਕਹਿੰਦੇ ਮੋੜਿਆ, ਜਵਾਬਾ ਨਿਧਾਨ ਸਿੰਘ ਕਿੱਥੇ ਚੱਲਿਆ? ਕਹਿੰਦਾ ਜੀ ਪੰਜਾਬ ਨੂੰ। ਕਿਉਂ? ਮਹਾਰਾਜ ਸਿੱਖ ਮੈਨੂੰ ਨੰਦੇੜ ਸਾਹਿਬ ਵਾਲੇ ਸੇਵਾ ਨਹੀਂ ਕਰਨ ਦਿੰਦੇ, ਤੂੰ ਕੀ ਚਾਹੁੰਦਾ ਹੈ? ਮਹਾਰਾਜ ਮੈਂ ਤਾਂ ਚਾਹੁੰਦਾ 24 ਘੰਟੇ ਲੰਗਰ ਚੱਲੇ, ਪਰ ਜਦੋਂ ਸੰਗਤ ਰਾਤ ਨੂੰ ਆਉਂਦੀ ਹੈ ਮੈਂ ਲੰਗਰ ਛਕਾਉਣਾ ਤੇ ਜਿਹੜੇ ਇੱਥੋਂ ਦੇ ਸੇਵਾਦਾਰ ਹੈ ਉਹ ਲੜ ਪੈਂਦੇ ਨੇ, ਕਹਿੰਦੇ ਚੋਰੀ ਹੋ ਜੂ, ਕੋਈ ਭਾਂਡੇ ਚੱਕ ਕੇ ਲੈ ਜੂ, ਤੂੰ ਰਾਤ ਨੂੰ ਲੰਗਰ ਨਾ ਖੋਲ੍ਹਿਆ ਕਰ। ਤੇਰਾ ਕੀ ਇਰਾਦਾ ਹੈ? ਮਹਾਰਾਜ ਮੇਰਾ ਤਾਂ ਇਰਾਦਾ 24 ਘੰਟੇ ਜਦੋਂ ਸੰਗਤ ਇੱਥੇ ਪਹੁੰਚੀ ਉਹਦੀ ਲੰਗਰ ਮਿਲੇ। ਕਹਿੰਦੇ ਜਾ ਫਿਰ, ਖੀਸਾ ਤੇਰਾ, ਖੀਸਾ ਮੇਰਾ ਤੇ ਹੱਥ ਤੇਰਾ, ਜੋ ਵੀ ਜੇਬ 'ਚ ਹੈ ਉਹਦੇ ਨਾਲ ਲੰਗਰ ਚਲਾ ਦੇ ਤੇ ਬਹੁਤ ਲੰਗਰ ਚੱਲੇਗਾ, 24 ਘੰਟੇ ਚੱਲੇਗਾ। ਬਾਬਾ ਨਿਧਾਨ ਸਿੰਘ ਦੇ ਲੰਗਰ ਨੂੰ ਹੁਣ ਗੇਟ ਵੀ ਨਹੀਂ ਲਾਏ ਹੋਏ, ਬੰਦ ਹੀ ਨਹੀਂ ਕਰਨਾ, ਫਿਰ ਗੇਟ ਕਾਹਦੇ ਵਾਸਤੇ ਲਾਉਣੇ ਆ? ਇਸ ਕਰਕੇ ਲਗਾਤਾਰ ਲੰਗਰ ਚੱਲਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ
ਸਿੱਖਾਂ ਨੂੰ ਖਰਚਾ ਗੁਰੂ ਆਪ ਦੇਵੇਗਾ। ਛਤਰੀ ਆਦ ਕਰਨ 84 ਆਸ਼ਰਮ 4 ਆਦ ਸੰਨਿਆਸੀ। ਛਤਰੀ ਬ੍ਰਾਹਮਣ ਸੂਦ ਵੈਸ ਚਾਰੇ ਆਸ਼ਰਮ ਅਤੇ ਸਕਲ ਦੀਨ ਪੰਥ ਕੀ ਕਰੇ ਸੋ ਸਭ ਪੰਥ ਸ਼ਬਦ ਅਨੁਸਾਰੇ। ਮੈਂ ਸਾਰੇ ਸੰਸਾਰ ਨੂੰ ਪੰਥ ਦੇ ਅੰਡਰ ਕਰ ਦਿੱਤਾ ਹੈ, ਪੰਥ ਦੇ ਅਨੁਸਾਰ ਸਾਰੇ ਚੱਲਣਗੇ ਸੰਨਿਆਸੀ ਉਦਾਸੀ ਚਾਰੇ ਆਸ਼ਰਮ ਆਦਿ। ਸੇਵਾ ਸਿੱਖਨ ਕੀ ਸਿੱਖ ਧਾਰੇ ਅਚੇ ਪ੍ਰਸਾਦ ਨਾ ਪਾਸ ਉਠਾਰੇ। ਔਰ ਹਮੇਸ਼ਾ ਸਿੱਖਾਂ ਦੀ ਸੇਵਾ ਕਰੋ, ਕੋਲੇ ਬੈਠੇ ਨੂੰ ਪੰਗਤ ਵਿੱਚੋਂ ਕਦੇ ਉਠਾਉਣਾ ਨਹੀਂ ਵੀ ਤੂੰ ਪਰੇ ਹੋ ਜਾ। ਕੱਪੜੇ ਵੇਖ ਕੇ ਵਸਤਰ ਦੇਖ ਕੇ ਕਿਸੇ ਨੂੰ ਇਹ ਨਹੀਂ ਕਹਿਣਾ ਤੂੰ ਪਰੇ ਜਾ ਕੇ ਉੱਠ ਕੇ ਜਾ ਇੱਥੋਂ। ਸਿੱਖ ਹਮੇਸ਼ਾ ਸਭ ਨੂੰ ਭੋਜਨ ਛਕਾਵੇ ਪਿਆਰ ਨਾਲ। ਤ੍ਰਿਪਤੇ ਉਦਰ ਲੋਭ ਪੁਨ ਕਰੇ ਮੰਦ ਨਜ਼ਰ ਸਿੱਖ ਕੇ ਕਰ ਧਰੇ। ਪਰ ਜੇ ਕੋਈ ਪੇਟ ਕਰਕੇ ਰੱਜ ਜਾਵੇ ਤੇ ਬਾਅਦ ਵਿੱਚ ਲਾਲਚ ਕਰੇ ਜਾਂ ਸਿੱਖਾਂ ਦੇ ਘਰ ਤੇ ਮੰਦੀ ਨਜ਼ਰ ਰੱਖੇ, ਸੋ ਸਿੱਖ ਪਰੇ ਨਰਕ ਮੈਂ ਜਾਈ ਨੈ ਤਿਸ ਕੋ ਮੈਂ ਬਨੋ ਸਹਾਈ। ਉਹ ਨਰਕਾਂ ਨੂੰ ਜਾਵੇਗਾ, ਮੈਂ ਉਹਦੀ ਮਦਦ ਨਹੀਂ ਕਰਾਂਗਾ। ਮਹਿ ਪ੍ਰਸਾਦ ਕੀ ਨਿੰਦ ਅਲਾਵੈ ਛੁਦਤ ਸਿੱਖੋ ਸਾਦਰ ਖਵਾਵੈ। ਕਦੇ ਵੀ ਗੁਰੂ ਕੇ ਲੰਗਰ ਦੀ ਨਿੰਦਾ ਨਹੀਂ ਕਰਨੀ ਤੇ ਭੁੱਖੇ ਨੂੰ ਸਤਿਕਾਰ ਨਾਲ ਭੋਜਨ ਛਕਾਉਣਾ ਹੈ। ਸੋ ਜਗਨ ਕੋ ਫਲ ਸੋ ਪਾਏ ਗੁਰਸਿੱਖ ਕੋ ਕਰ ਪ੍ਰੇਮ ਛਕਾਏ। ਤਾਂ ਜੇ ਕੋਈ ਗੁਰਸਿੱਖ ਨੂੰ ਪ੍ਰੇਮ ਨਾਲ ਭੋਜਨ ਛਕਾਉਂਦਾ ਹੈ ਉਹਨੂੰ 100 ਜੱਗਾਂ ਦਾ ਫਲ ਮਿਲੇਗਾ। ਸਿੱਖ ਕੋ ਦੇ ਵਿਆਹ ਕਰਾਏ ਸੋ ਨਿਸਤਰੇ ਬਿਲਮ ਨਹਿਲਾਏ। ਜੇ ਸਿੱਖ ਦਾ ਵਿਆਹ ਕਰ ਦੇਵੇ, ਆਪਣੀ ਲੜਕੀ ਦੇ ਦੇਵੇ ਗੁਰਸਿੱਖ ਦੇ ਘਰ, ਤਾਂ ਉਸ ਨੂੰ ਜਿਹੜਾ ਹੈ ਜੁਗਾਂ ਜੁਗਾਂਤਰਾਂ ਤੱਕ ਉਹਦੀ ਕਲਿਆਣ ਹੋਵੇਗੀ। ਸਿੱਖ ਸਿੱਖ ਵਿਦਿਆ ਸਿਖਲਾਵੈ ਨਗਨ ਸਿੱਖ ਕੋ ਵਸਤਰ ਉਡਾਵੈ। ਆਪ ਸ਼ਬਦ ਸਿੱਖ ਕੇ ਦੂਸਰੇ ਨੂੰ ਸਿੱਖਿਆ ਸਿਖਾਵੇ। ਨੰਗੇ ਸਿੱਖ ਨੂੰ ਭਾਵ ਲੋੜਵੰਦ ਨੂੰ ਵਸਤਰ ਦੀ ਲੋੜ ਹੈ ਤੇ ਵਸਤਰ ਦੇਵੇ। ਕਾਰਜ ਹਰਿਓ ਸਿੱਖ ਕੋ ਸਾਦੇ ਜਮ ਕੀ ਬਾਧਾ ਸੋ ਨੈ ਲਾਦੇ। ਸਿੱਖ ਦਾ ਅੜਿਆ ਹੋਇਆ ਕੰਮ ਜੇ ਕੋਈ ਪੂਰਾ ਕਰ ਦੇਵੇ ਤੇ ਜਮਾਂ ਦੇ ਵਸ ਨਹੀਂ ਪਵੇਗਾ। ਇੱਕ ਦਿਨ ਬੈਠੇ ਗੁਰ ਮਹਾਰਾਜ 14 ਸੇਵਕ ਸਭਾ ਸਮਾਜ। ਅਗਲੀ ਸਾਖੀ ਚੱਲ ਪਈ ਹੈ। ਇੱਕ ਦਿਨ ਸਤਿਗੁਰੂ ਬੈਠੇ ਹੈ, ਬਹੁਤ ਸਾਰੀਆਂ ਸਿੱਖ ਸੰਗਤਾਂ ਬੈਠੀਆਂ, ਵਿਚਾਰਾਂ ਚੱਲ ਪਈਆਂ। ਕੀ ਵਿਚਾਰ ਚੱਲੀ ਹੈ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਪੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਹੋ ਬਨਹਾਰ ਹੇ ਸੰਤ ਕੈ ਸਦਾ ਸੰਗ ਤਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਹੋਏ ਪਰੋਏ। ਆਏ ਪ੍ਰਭ ਸ਼ਰਨਾਗਤੀ ਪਾਨਿਤ ਦਿਆਲ। ਏਕ ਅੱਖਰ ਹਰ ਮਨ ਬਸਤ ਹੋਤ ਨਿਹਾਲ। ਏਕ ਓੰਕਾਰ ਸਤਿਗੁਰ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ